ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈ ਰਵਨੀਤ ਕੌਰ ਤੇ ਤੁਸੀਂ ਜੁੜੇ ਹੋਏ ਹੋ ਬਿਟਕੋਇਨ ਪੰਜਾਬ ਦੇ ਨਾਲ, ਜਿੱਥੇ ਹਰ ਹਫਤੇ ਅਸੀਂ ਤੁਹਾਡੇ ਲਈ ਵੀਕਲੀ ਅਪਡੇਟਸ ਲੈ ਕੇ ਆਵਾਂਗੇ ਕਿ ਕ੍ਰਿਪਟੋ ਦੁਨੀਆ ਵਿੱਚ ਕੀ ਹੋ ਰਿਹਾ ਹੈ ਤੇ ਪੰਜਾਬੀ ਦੇ ਵਿੱਚ ਹੋਪਫੁਲੀ ਅਸੀਂ ਤੁਹਾਡੇ ਲਈ ਜੋ ਟੈਕਨੀਕਲ ਇਨਫੋਰਮੇਸ਼ਨ ਹੈ ਉਹਨੂੰ ਸਿੰਪਲੀਫਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਮੇਰੇ ਨਾਲ ਮੇਰੇ ਕੋ-ਹੋਸਟ ਹੈਗੇ ਨੇ ਅੰਗਦ ਸਿੰਘ। ਅੰਗਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਜਿਵੇਂ ਤੁਹਾਨੂੰ ਪਤਾ ਹੈ, ਮੇਰਾ ਨਾਮ ਹੈ ਅੰਗਦ ਸਿੰਘ ਤੇ ਮੈਂ ਕ੍ਰਿਪਟੋ ਟ੍ਰੇਡਰ, ਬਲੌਗਰ ਤੇ ਇੱਕ ਮਾਰਕੀਟਰ ਹਾਂ ਤੇ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਤੁਸੀਂ ਸਾਡੇ ਨਾਲ ਜੁੜੇ। ਥੈਂਕ ਯੂ ਅੰਗਦ। ਤੇ ਗਾਇਜ਼ ਇਹ ਸਾਡਾ ਪਹਿਲਾ ਪੋਡਕਾਸਟ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਅਸੀਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੀਏ ਉਹ ਹਰ ਹਫਤੇ ਬਿਲਡਅਪ ਹੋਈ ਜਾਏਗੀ। ਤੇ ਜਿਵੇਂ ਕਿ ਅੰਗਦ ਨੇ ਦੱਸਿਆ, ਉਹ ਇੱਕ ਟ੍ਰੇਡਰ ਨੇ, ਮਾਰਕੀਟਰ ਨੇ ਤੇ ਜਿਹੜਾ ਟੈਕਨੀਕਲ ਪਰਸਪੈਕਟਿਵ ਦੇ ਨਾਲ ਉਹਨਾਂ ਦੀ ਜਿਹੜਾ ਐਕਸਪੀਰੀਅੰਸ ਹੈ ਹੋਪਫੁਲੀ ਉਹ ਸਾਨੂੰ ਮਦਦ ਕਰ ਸਕਦਾ ਹੈ ਇਹ ਸਮਝਣ ਦੇ ਵਿੱਚ ਕਿ ਬਿਟਕੋਇਨ ਦਾ ਜਿਹੜਾ ਪ੍ਰਾਈਸ ਹੈ ਉੱਤੇ ਥੱਲੇ ਕਿਉਂ ਜਾ ਰਿਹਾ ਹੈ ਜਾਂ ਕ੍ਰਿਪਟੋ ਕਰੰਸੀ ਦੀ ਜਿਹੜੀਆਂ ਮਾਰਕੀਟਸ ਨੇ ਉਹ ਕਿਵੇਂ ਕੰਮ ਕਰਦੀਆਂ ਨੇ। ਸੋ ਹੁਣ ਅੱਜ ਪਹਿਲਾ ਜਿਹੜਾ ਸਾਡਾ ਪੋਡਕਾਸਟ ਹੈ, ਥੋੜਾ ਅਸੀਂ ਬੈਕਗਰਾਉਂਡ ਕਵਰ ਕਰਨਾ ਚਾਹੁੰਦੇ ਹਾਂ ਬਿਟਕੋਇਨ ਦੇ ਬਾਰੇ ਕਿ ਬਿਟਕੋਇਨ ਦਾ ਜਿਹੜਾ ਪ੍ਰਾਈਸ ਹੈ ਸੋ ਫਾਰ ਹਿਸਟੋਰਿਕਲੀ ਹਾਊ ਇਟ ਹੈਜ਼ ਪਰਫਾਰਮਡ ਤੇ ਇਸ ਸਾਲ ਉਹ ਪ੍ਰਾਈਸ ਉਹਦਾ ਕਿਵੇਂ ਹਾਊ ਇਟਸ ਗੋਇੰਗ ਤੇ ਹੁਣ ਬਿਟਕੋਇਨ ਦੇ ਨਾਲ ਕੀ ਹੋ ਰਿਹਾ। ਸੋ ਜਿਵੇਂ ਤੁਹਾਨੂੰ ਪਤਾ ਹੈ ਗਾਇਜ਼, ਜਾਂ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਏ ਕਿ ਬਿਟਕੋਇਨ ਦੁਨੀਆ ਦੀ ਸਭ ਤੋਂ ਪਪੂਲਰ ਡਿਜੀਟਲ ਕਰੰਸੀ ਹੈਗੀ ਹੈ। ਇਹਨੂੰ ਨਾ ਹੀ ਕੋਈ ਹਕੂਮਤ, ਕੋਈ ਗਵਰਨਮੈਂਟ ਮੈਨੇਜ ਕਰਦੀ ਹੈ, ਨਾ ਹੀ ਕੋਈ ਬੈਂਕ ਮੈਨੇਜ ਕਰਦਾ ਹੈ। ਇਹ ਕਮਿਊਨਿਟੀ ਲਈ ਬਣੀ ਹੈ, ਲੋਕਾਂ ਲਈ ਬਣੀ ਹੈ ਤੇ ਲੋਕੀ ਹੀ ਇਹਨੂੰ ਚਲਾਉਂਦੇ ਨੇ। ਤੇ ਯੂ ਨੀਡ ਥਾਊਜ਼ੈਂਡਸ ਆਫ ਕੰਪਿਊਟਰਸ ਜਿਹੜੇ ਬਿਟਕੋਇਨ ਦੇ ਨੈਟਵਰਕ ਨੂੰ ਚਲਾਉਂਦੇ ਨੇ। ਸੋ ਜੇ ਤੁਸੀਂ ਬਿਟਕੋਇਨ ਦੇ ਬਾਰੇ ਡੀਟੇਲ ਦੇ ਵਿੱਚ ਜਾਣਨਾ ਚਾਹੁੰਦੇ ਹੋ ਪੰਜਾਬੀ ਦੇ ਵਿੱਚ, ਤੇ ਮੈਂ ਇੱਕ ਲਿੰਕ ਪਾਇਆ ਹੈ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਤੁਸੀਂ ਵੇਖ ਸਕਦੇ ਹੋ। ਤੇ ਉਹਦੇ ਵਿੱਚ ਮੈਂ ਡੀਟੇਲ ਦੇ ਵਿੱਚ ਜਾਣੀ ਆ ਕਿ ਬਿਟਕੋਇਨ ਕਿਵੇਂ ਤੁਹਾਡੀ ਨਾਰਮਲ ਕਰੰਸੀ ਦੇ ਨਾਲੋਂ ਡਿਫਰੈਂਟ ਹੈਗਾ। ਸੋ ਗਾਇਜ਼, ਹੁਣ ਜੇ ਅਸੀਂ ਗੱਲ ਕਰੀਏ ਕਿ ਬਿਟਕੋਇਨ ਕਦੋਂ ਬਣਿਆ ਸੀ, ਕੀ ਸੋ ਫਾਰ ਉਹਦੇ ਜਿਹੜੀ ਪ੍ਰਾਈਸ ਜਿਹੜੀ ਵੈਲਿਊ ਹੈ ਕਿਵੇਂ ਹਾਊ ਇਟਸ ਪਰਫਾਰਮਡ। ਤੇ ਬਿਟਕੋਇਨ ਬਣਿਆ ਸੀ ਅੰਗਦ ਆਈ ਥਿੰਕ 2009 ਦੇ ਵਿੱਚ ਐਟ ਦੀ ਐਂਡ ਆਫ ਫਾਈਨੈਂਸ਼ੀਅਲ ਕ੍ਰੈਸ਼ ਜਿਹੜਾ ਯੂਐਸ ਦੇ ਵਿੱਚ ਹੋਇਆ ਸੀ। ਐਂਡ ਵਨ ਆਫ ਦ ਰੀਜ਼ਨਸ ਗਾਇਜ਼ ਬਿਟਕੋਇਨ ਬਣਿਆ ਸੀ ਬਿਕੋਜ਼ ਲੋਕਾਂ ਨੂੰ ਆਪਣੀ ਗਵਰਨਮੈਂਟ ਤੇ ਬੈਂਕਸ ਵੱਲੋਂ ਟਰਸਟ ਉੱਡ ਗਿਆ ਸੀ। ਬਿਕੋਜ਼ ਜਦੋਂ ਉਹ ਕ੍ਰੈਸ਼ ਹੋਇਆ ਸੀ, ਜਿਹੜਾ ਲੋਕਾਂ ਦਾ ਪੈਸਾ ਬੈਠਾ ਹੋਇਆ ਸੀ ਬੈਂਕ ਦੇ ਵਿੱਚ, ਓਵਰਨਾਈਟ ਇਟਸ ਲੋਸਟ ਇਟਸ ਵੈਲਿਊ। ਤੇ ਲੋਕਾਂ ਨੂੰ ਸੀਗਾ ਕਿ ਹੁਣ ਜੇ ਅਸੀਂ ਆਪਣੇ ਬੈਂਕਸ ਤੇ ਟਰਸਟ ਨਹੀਂ ਕਰ ਸਕਦੇ, ਹੋਰ ਅਸੀਂ ਕਿਤੇ ਟਰਸਟ ਕਰ ਸਕਦੇ ਹਾਂ ਜੇ ਸਾਡਾ ਪੈਸਾ ਹੀ ਇਦਾਂ ਚਲਾ ਗਿਆ। ਸੋ ਲੋਕਾਂ ਨੂੰ ਸੀ ਕਿ ਅਸੀਂ ਕਿਵੇਂ ਇੱਕ ਸਿਸਟਮ ਬਣਾ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ ਇਹੋ ਜਿਹਾ ਬੈਂਕਿੰਗ ਸਿਸਟਮ ਜਿਹਦੇ ਉੱਤੇ ਗਵਰਨਮੈਂਟ ਦਾ ਕੋਈ ਕੰਟਰੋਲ ਨਹੀਂ ਹੈਗਾ, ਬੈਂਕਸ ਦਾ ਕੋਈ ਕੰਟਰੋਲ ਨਹੀਂ ਹੈਗਾ ਤੇ ਸਾਡੀ ਜਿਹੜਾ ਪੈਸਾ ਹੈ ਉਹ ਸੁਰੱਖਿਅਤ ਹੈ ਤੇ ਸੇਫ ਹੈ। ਫਿਰ ਇਸ ਕਰਕੇ ਬਿਟਕੋਇਨ ਦੀ ਜਿਹੜੀ ਟੈਕਨੋਲੋਜੀ ਹੈ ਇਹਨੂੰ ਇੰਟਰੋਡਿਊਸ ਕੀਤਾ ਗਿਆ ਸੀ। ਤੇ ਗਾਇਜ਼ since 2009 Bitcoin ਹੈਗਾ ਹੈ and Bitcoin is one of the best performing assets in the world। ਮਤਲਬ ਜਿੰਨਾ ਵੀ ਤੁਸੀਂ ਸਟਾਕ ਵੇਖ ਲਓ ਹੈ ਨਾ ਅੰਗਦ, ਕੋਈ ਵੀ ਤੁਸੀਂ ਸ਼ੇਅਰ ਵੇਖ ਲਓ, I think we can say ਕਿ Bitcoin ਦਾ ਜਿਹੜਾ performance ਹੈ it has been the best out of all of them। ਉਹਨੇ ਆਊਟ ਪਰਫਾਰਮ ਕੀਤਾ ਜੇ ਅਸੀਂ ਕਹੀਏ ਤੇ ਇੱਕ ਵਰਡ ਵਿੱਚ outperform ਕੀਤਾ ਹੈ exactly, so I think that's the right word for it। ਤੇ ਜਦੋਂ 2009 ਦੇ ਵਿੱਚ ਗਾਇਜ਼ ਬਿਟਕੋਇਨ ਸ਼ੁਰੂ ਹੋਇਆ ਸੀ, ਲੋਕਾਂ ਨੂੰ ਉਦੋਂ ਇਹਦਾ ਬਿਟਕੋਇਨ ਦੇ ਬਾਰੇ ਇੰਨਾ ਨਹੀਂ ਪਤਾ ਸੀ, ਮੇਨਸਟ੍ਰੀਮ ਨਹੀਂ ਸੀ। ਸੋ ਪਹਿਲੀ ਵਾਰ ਜਦੋਂ ਅਸੀਂ ਬਿਟਕੋਇਨ ਦਾ ਥੋੜਾ ਹਾਈਕ ਦੇਖਿਆ ਪ੍ਰਾਈਸ ਦੇ ਵਿੱਚ, that was in 2013। 2013 ਦੇ ਵਿੱਚ ਪਹਿਲੀ ਵਾਰ ਬਿਟਕੋਇਨ ਦਾ ਥੋੜਾ ਸਪਾਈਕ ਹੋਇਆ ਐਂਡ ਉਹਨੇ ਉਦੋਂ ਸਿਰਫ just over 1000 USD ਟੱਪਿਆ, to be precise $11,124 2013 ਦੀ ਨਵੰਬਰ ਦੇ ਵਿੱਚ। ਉਦੋਂ ਤੋਂ ਲੈ ਕੇ for the next 4 years 2017 ਦੇ ਤੱਕ ਉਹਦਾ ਪ੍ਰਾਈਸ kind of kept moving around। ਪਰ 2017 ਦੇ ਵਿੱਚ ਜੋ ਅਸੀਂ ਪ੍ਰਾਈਸ ਵੇਖਿਆ ਬਿਟਕੋਇਨ ਦਾ, I think ਅੰਗਦ ਉਦੋਂ ਹੀ ਨਾਰਮਲੀ ਲੋਕਾਂ ਨੂੰ ਪਤਾ ਲੱਗਿਆ, ਮੋਸਟ ਆਫ ਦ ਜਿਹੜੇ ਮਤਲਬ ਮੇਨ ਤੁਹਾਡੇ ਮੇਰੇ ਵਾਂਗੂ ਲੋਕੀ, ਉਦੋਂ ਸਾਨੂੰ ਪਹਿਲੀ ਵਾਰ ਪਤਾ ਲੱਗਿਆ ਬਿਟਕੋਇਨ ਕੀ ਹੈ। ਬਿਕੋਜ਼ ਉਦੋਂ 20,000 USD ਤੱਕ ਪਹੁੰਚ ਗਿਆ ਸੀ, ਸਕਾਈ ਰਾਕਟ ਹੋ ਗਿਆ ਸੀ ਬਿਲਕੁਲ ਅਚਾਨਕ ਤੋਂ। ਐਬਸੋਲੂਟਲੀ ਸਕਾਈ ਰਾਕਟ ਹੋ ਗਿਆ ਸੀ। ਤੇ ਜੋ ਉਹਨੇ ਸਪੀਡ ਖਿੱਚੀ ਸੀ 20,000 USD। ਸੋ
2017 ਤੇ 20,000 USD ਪਹੁੰਚ ਗਿਆ ਤੇ ਉਦੋਂ ਬਾਅਦ until 2018 ਤੇ 19 ਥੋੜਾ ਡ੍ਰੌਪ ਹੋ ਗਿਆ ਮਾਰਕੀਟ ਨੇ ਆਪਣੇ ਆਪ ਨੂੰ ਕਰੈਕਟ ਕਰ ਰਹੀ ਸੀ ਤੇ ਸੋ ਨਾਓ ਹੁਣ ਜੇ ਅਸੀਂ ਵੇਖੀਏ ਕਿ ਹੁਣ ਅਸੀਂ 2020 ਦੇ ਵਿੱਚ ਦਸੰਬਰ ਦੇ ਵਿੱਚ ਬੈਠੇ ਹਾਂ ਅਸੀਂ ਅੱਜ ਦੀ ਤਰੀਕ ਹੈ 5 ਦਸੰਬਰ ਤੇ ਅੱਜ ਬਿਟਕੋਇਨ ਕਿੱਥੇ ਹੈਗਾ So let's talk about ਹੁਣ ਇਸ ਵਾਲਾ ਸਾਲ this year what's happening basically guys ਇਸ ਸਾਲ Bitcoin has remained around 8 to 9,000 USD ਤੇ ਉੱਥੇ ਹੀ ਉਹਨੇ ਥੋੜਾ ਉੱਤੇ ਥੱਲੇ ਤੱਕ ਉਹਨੇ ਰਿਹਾ ਹੈ ਇਸ ਸਾਲ most of the time this year ਮਾਰਚ ਦੇ ਵਿੱਚ ਇਸ ਸਾਲ Bitcoin ਨੇ ਸਭ ਤੋਂ lowest price ਤੇ ਪਹੁੰਚਿਆ which was around 5,300 USD ਤੇ I think around ਅਗਸਤ ਦੇ ਵਿੱਚ ਅਸੀਂ ਥੋੜਾ ਮੂਵਮੈਂਟ ਵੇਖਣੀ ਸ਼ੁਰੂ ਕੀਤੀ ਬਿਟਕੋਇਨ ਦੇ ਬਾਰੇ ਇਸ ਸਾਲ ਤੇ I think that's ਲੋਕਾਂ ਨੂੰ ਥੋੜੀ ਹੋਪ ਆਣੀ ਸ਼ੁਰੂ ਹੋਈ since 2017 ਕਿ okay ਹੁਣ ਥੋੜਾ ਚੜ੍ਹਦੀ ਕਲਾ ਹੋ ਗਿਆ ਹੈ ਤੇ ਹੁਣ ਥੋੜਾ ਪੋਜ਼ਿਟਿਵਿਟੀ ਆਣੀ ਸ਼ੁਰੂ ਹੋ ਗਈ ਹੈ ਨੀਅਰਲੀ 12,000 ਤੱਕ ਪਹੁੰਚ ਗਿਆ ਸੀ ਅਗਸਤ ਦੇ ਵਿੱਚ ਹਾਂਜੀ ਤੇ so now since then ਹੁਣ ਅਸੀਂ ਅਕਤੂਬਰ ਤੋਂ ਲੈ ਕੇ ਅਕਤੂਬਰ ਤੋਂ ਲੈ ਕੇ ਹੁਣ ਤੱਕ ਅਸੀਂ ਕੀ ਵੇਖਿਆ ਹੈ ਕਿ we have seen a very big spike in a very short amount of time so ਅਗਸਤ ਤੋਂ ਲੈ ਕੇ ਨਹੀਂ ਅਕਤੂਬਰ ਤੋਂ ਲੈ ਕੇ ਹੁਣ ਦਸੰਬਰ ਦੇ ਵਿੱਚ ਜੋ ਹੁਣ ਫੇਰ ਤੋਂ ਬਿਟਕੋਇਨ ਨੇ ਸਪੀਡ ਚੱਕੀ ਹੈ ਤੇ ਹੁਣ ਅਸੀਂ ਫੇਰ ਇਹੋ ਜਿਹੇ ਮਾਰਕ ਦੇ ਵਿੱਚ ਹੈਗੇ ਆ ਕਿ ਅਸੀਂ ਫੇਰ ਤੋਂ ਨੀਅਰਲੀ 20,000 USD ਟੱਚ ਕਰਨ ਲੱਗੇ ਆ ਐਂਡ ਹੋਪਫੁਲੀ ਅਸੀਂ ਉੱਤੋਂ ਵੀ ਜਾਵਾਂਗੇ ਪਰ ਅੰਗਦ ਮੇਰਾ ਇੱਕ ਕੁਐਸਚਨ ਤੁਹਾਡੇ ਲਈ ਹੈਗਾ ਹੈ ਫਰਮ ਅ ਟੈਕਨੀਕਲ ਪਰਸਪੈਕਟਿਵ ਕਿ ਹੁਣ ਜੇ ਅਸੀਂ ਵੇਖੀਏ ਅਕਤੂਬਰ ਨਵੰਬਰ ਦਸੰਬਰ ਇਹ 3 ਮਹੀਨੇ ਨੇ 3 ਮਹੀਨਿਆਂ ਵਿੱਚ ਬਿਟਕੋਇਨ ਨੇ ਨੀਅਰਲੀ 9,000 USD ਦੀ ਸਪਾਈਕ ਚੱਕੀ ਹੈ ਹਾਂਜੀ ਸੋ ਫਰਮ ਯੂਰ ਪਰਸਪੈਕਟਿਵ ਕੀ ਰੀਜ਼ਨ ਹੈ ਇਸ ਸਪਾਈਕ ਦਾ ਜੇ ਆਪਾਂ ਸਿੰਪਲੀ ਦੇਖੀਏ ਤੇ ਜਿਵੇਂ ਪੈਂਡੇਮਿਕ ਆਇਆ ਇਸ ਸਾਲ ਕੋਵਿਡ-19 ਦਾ ਤੇ ਉਹਦੇ ਨਾਲ ਕੀ ਹੋਇਆ ਕਿ ਬਹੁਤ ਸਾਰੇ ਜੋ ਇਨਵੈਸਟਮੈਂਟ ਕੰਪਨੀ ਸੀਗੀ ਵਾਲ ਸਟਰੀਟ ਤੇ ਜੋ ਆਲ ਓਵਰ ਦਾ ਵਰਲਡ ਹੈਗੀਆਂ ਨੇ ਜੋ ਪੋਰਟਫੋਲੀਓ ਮੈਨੇਜਮੈਂਟ ਵੀ ਕਰਦੀਆਂ ਨੇ ਉਹਨਾਂ ਨੇ ਆਪਣਾ ਸਾਰਾ ਪੈਸਾ ਸਟਾਕ ਤੋਂ ਡਾਇਵਰਟ ਕਰਕੇ ਬਿਟਕੋਇਨ ਚ ਪਾਣਾ ਸ਼ੁਰੂ ਕਰਤਾ ਮਤਲਬ ਉਹਨਾਂ ਨੇ ਆਪਣੀ ਜੋ ਲਿਕੁਇਡਿਟੀ ਰਿਜ਼ਰਵ ਹੁੰਦੀ ਹੈ ਉਹ ਆਪਣੀ ਬਿਟਕੋਇਨ ਚ ਰੱਖਣੀ ਸ਼ੁਰੂ ਕਰਤੀ ਇਸ ਕਰਕੇ ਕਿਉਂਕਿ ਉਹਨਾਂ ਨੇ ਦੇਖਿਆ ਕਿ ਆਲ ਓਵਰ ਦਾ ਵਰਲਡ ਸਟਾਕਸ ਤੇ ਗਿਰ ਰਹੇ ਨੇ ਲੇਕਿਨ ਬਿਟਕੋਇਨ ਨਹੀਂ ਗਿਰ ਰਿਹਾ ਬਿਟਕੋਇਨ ਪਰਫਾਰਮ ਕਰ ਰਿਹਾ ਤੇ ਬਿਟਕੋਇਨ ਮਤਲਬ ਪਿਓਰਲੀ ਜੋ ਕਰੰਸੀ ਹੈ ਉਹ ਸਪਲਾਈ ਐਂਡ ਡਿਮਾਂਡ ਤੇ ਵਰਕ ਕਰਦੀ ਹੈ ਤੇ ਉਹਦੀ ਸਪਲਾਈ ਲਿਮਿਟਿਡ ਹੈ ਤੇ ਡਿਮਾਂਡ ਵਧਣੀ ਸ਼ੁਰੂ ਹੋਈ ਤੇ ਜਿਵੇਂ ਵਧਣੀ ਸ਼ੁਰੂ ਹੋਈ ਤੇ ਲੋਕਾਂ ਨੇ ਉਹਨੂੰ ਬਾਈ ਕਰਨਾ ਸ਼ੁਰੂ ਕਰਤਾ ਦੈਨ ਵੱਡੇ ਜੋ ਇੰਸਟੀਟਿਊਸ਼ਨਲ ਇਨਵੈਸਟਰਸ ਨੇ ਲਾਈਕ ਮਾਈਕਰੋ ਸਟ੍ਰੈਟੇਜੀ ਗ੍ਰੇ ਸਕੇਲ ਐਂਡ ਬਲੈਕ ਰੌਕ ਉਹਨਾਂ ਸਭ ਨੇ ਇੰਟਰਸਟ ਦਿਖਾਣਾ ਸ਼ੁਰੂ ਕਰਤਾ ਬਿਟਕੋਇਨ ਦੇ ਵਿੱਚ ਤੇ ਉਹਨਾਂ ਨੇ ਅਰਾਊਂਡ ਮਿਲੀਅਨਸ ਆਫ ਡਾਲਰਸ ਦੇ ਬਿਟਕੋਇਨ ਬਾਈ ਕੀਤੇ ਤੇ ਉਹਨਾਂ ਨੂੰ ਦੇਖ ਕੇ ਲੋਕਾਂ ਦੇ ਜੋ ਰਿਟੇਲ ਇਨਵੈਸਟਰਸ ਨੇ ਜੋ ਛੋਟੇ ਇਨਵੈਸਟਰਸ ਨੇ ਉਹਨਾਂ ਨੇ ਸੋਚਿਆ ਕਿ ਜੇ ਇੰਨੀ ਵੱਡੀ ਕੰਪਨੀ ਇਨਵੈਸਟ ਕਰ ਰਹੀਆਂ ਨੇ ਤੇ ਇਹ ਅੱਛਾ ਇੱਕ ਉਹਨਾਂ ਲਈ ਹੋ ਸਕਦਾ ਹੈ ਅੱਛਾ ਫਿਊਚਰ ਹੋ ਸਕਦਾ ਹੈ ਬਿਟਕੋਇਨ ਦਾ ਤੇ ਇਸ ਕਰਕੇ ਜੋ ਇਨਵੈਸਟਰ ਸੀਗੇ ਜੋ ਛੋਟੇ ਇਨਵੈਸਟਰ ਵੀ ਸੀਗੇ ਉਹ ਸਾਰੇ ਮੂਵ ਹੋ ਗਏ ਬਿਟਕੋਇਨ ਦੀ ਤਰਫ ਤੇ ਇਸ ਕਰਕੇ ਬਿਟਕੋਇਨ ਦਾ ਪ੍ਰਾਈਸ ਵਿੱਚ ਅਸੀਂ ਮਤਲਬ ਬਹੁਤ ਜਲਦੀ ਇੱਕ ਸਪਾਈਕ ਵੇਖੀ ਕਿ ਬਹੁਤ ਜਲਦੀ ਬਿਟਕੋਇਨ ਆਪਣੇ ਆਪ ਨੂੰ ਰੀਕਵਰ ਕਰ ਰਿਹਾ ਸੀ ਤੇ ਜੋ ਇੰਨੇ ਛੋਟੇ ਟਾਈਮ ਸਪੈਨ ਵਿੱਚ ਜੋ ਸਪਾਈਕ ਆਈ ਹੈ ਉਹ ਇਸ ਕਰਕੇ ਆਈ ਹੈ ਬਿਕੋਜ਼ ਜਿੰਨੇ ਵੀ ਇੰਸਟੀਟਿਊਸ਼ਨਲ ਇਨਵੈਸਟਮੈਂਟ ਸੀ ਉਹ ਸਾਰੀ ਡਾਇਵਰਟ ਹੋ ਰਹੀ ਸੀ ਤੇ ਇੱਕ ਸਭ ਤੋਂ ਵੱਡੀ ਨਿਊਜ਼ ਇਹ ਵੀ ਆਈ ਸੀ ਜਿਵੇਂ ਪੇਪਾਲ ਨੇ ਕੱਢਿਆ ਸੀ ਕਿ ਉਹਨਾਂ ਨੇ ਆਪਣੇ ਪਲੇਟਫਾਰਮ ਤੇ ਹੁਣ ਬਿਟਕੋਇਨ ਦੇ ਬਾਈ ਐਂਡ ਸੈਲ ਸ਼ੁਰੂ ਕਰਤਾ ਹੈ ਬਿਟਕੋਇਨ ਤੇ ਹੋਰ ਕ੍ਰਿਪਟੋ ਕਰੰਸੀਜ਼ ਦਾ ਵੀ ਤੇ ਐਜ਼ ਵੀ ਨੋ ਕਿ ਪੇਪਾਲ ਦੇ ਮਿਲੀਅਨਸ ਆਫ ਯੂਜ਼ਰਸ ਨੇ ਮੋਰ ਦੈਨ ਅਰਾਊਂਡ 300 ਮਿਲੀਅਨ ਯੂਜ਼ਰਸ ਨੇ ਤੇ ਮਤਲਬ ਇੱਕ ਵਨ ਸ਼ਾਟ ਦੇ ਵਿੱਚ 300 ਮਿਲੀਅਨ ਯੂਜ਼ਰਸ ਨੂੰ ਐਕਸੈਸ ਮਿਲ ਗਿਆ ਬਿਟਕੋਇਨ ਦਾ ਤੇ ਹੋਰ ਕ੍ਰਿਪਟੋ ਕਰੰਸੀਜ਼ ਦਾ ਤੇ ਇਹਦੇ ਨਾਲ ਕੀ ਹੋਇਆ ਲੋਕਾਂ ਨੇ ਖਰੀਦਣਾ ਸ਼ੁਰੂ ਕਰਤਾ ਲੋਕਾਂ ਨੇ ਆਪਣੀ ਇਨਵੈਸਟਮੈਂਟ ਥੋੜੀ ਡਾਇਵਰਟ ਕਰਨੀ ਸ਼ੁਰੂ ਕਰਤੀ ਬਿਕੋਜ਼ ਪੈਂਡੇਮਿਕ ਸਿਚੁਏਸ਼ਨ ਵਿੱਚ ਯੂਐਸ ਮਾਰਕੀਟ ਇੰਡੀਅਨ ਮਾਰਕੀਟ ਜਾਂ ਕੋਈ ਵੀ ਹੋਰ ਮਾਰਕੀਟ ਹੋਏ ਉਹ ਸਾਰੇ ਮਾਈਨਸ ਵਿੱਚ ਜਾ ਰਹੇ ਸੀਗੇ ਬਿਕੋਜ਼ ਪੈਸਾ ਖਤਮ ਹੋ ਰਿਹਾ ਸੀਗਾ ਬਿਕੋਜ਼ ਸਾਰਾ ਪੈਸਾ ਪੈਂਡੇਮਿਕ ਸਿਚੁਏਸ਼ਨ ਵਿੱਚ ਲੋਕੀ ਯੂਜ਼ ਕਰ ਰਹੇ ਸੀਗੇ ਤੇ ਮਾਰਕੀਟ ਡੰਪ ਹੋਣੀ ਸ਼ੁਰੂ ਹੋ ਗਈ ਲੇਕਿਨ ਲੋਕਾਂ ਨੇ ਆਪਣਾ ਪੈਸਾ ਉੱਥੋਂ ਕੱਢ ਕੇ ਬਿਟਕੋਇਨ ਦੇ ਵਿੱਚ ਡਾਇਵਰਟ ਕਰਨਾ ਸ਼ੁਰੂ ਕਰਤਾ ਤੇ ਇਹ ਇੱਕ ਬਹੁਤ ਵੱਡਾ ਰੀਜ਼ਨ ਸੀਗਾ ਬਿਟਕੋਇਨ ਦਾ ਸਿੱਧਾ $11,000 ਸੀ ਨੀਅਰ ਅਬਾਊਟ $20,000 ਜਾਣ ਦਾ
ਥੈਂਕ ਯੂ ਅੰਗਦ, ਆਈ ਥਿੰਕ ਯੂ ਆਰ ਐਬਸੋਲੂਟਲੀ ਰਾਈਟ। ਤੇ ਇੱਕ ਜਿਹੜੀ ਤੁਸੀਂ ਗੱਲ ਕਹੀ ਹੈ ਪੈਂਡੈਮਿਕ ਬਾਰੇ, ਆਈ ਥਿੰਕ ਉਹ ਬਹੁਤ ਇੰਟਰਸਟਿੰਗ ਹੈਗੀ ਹੈ, ਬਿਕੋਜ਼ ਯੂਜੂਲੀ ਕੀ ਹੁੰਦਾ ਹੈ, ਇਹ ਥੋੜੇ ਆਈ ਥਿੰਕ ਅਮੀਰ ਗਰੁੱਪਸ ਦੇ ਵਿੱਚ ਹੁੰਦਾ ਹੈ, ਪਰ ਹੁਣ ਅਸੀਂ ਵੇਖਣਾ ਸ਼ੁਰੂ ਕਰਤਾ ਹੈ ਕਿ ਇਹ ਹੁਣ ਬਹੁਤ ਸਾਰੇ ਲੋਕੀ, ਉਹਨਾਂ ਨੂੰ ਫਾਈਨੈਂਸ਼ੀਅਲ ਇੰਟੈਲੀਜੈਂਸ ਆ ਰਹੀ ਹੈ, ਐਜੂਕੇਸ਼ਨ ਆ ਰਹੀ ਹੈ, ਹੁਣ ਬਹੁਤ ਸਾਰੇ ਲੋਕਾਂ ਨੇ ਕਰਨਾ ਸ਼ੁਰੂ ਕਰਤਾ ਹੈ। ਪਰ ਪਹਿਲੇ ਥੋੜਾ ਵੈਰੀ ਅਮੀਰ ਲੀਡ ਗਰੁੱਪਸ ਕਰਦੇ ਸੀ ਕਿ ਜਦੋਂ ਵੀ ਤੁਹਾਡੀ ਇਕਨੋਮੀ ਕ੍ਰੈਸ਼ ਹੋਣ ਵਾਲੀ ਹੈ ਜਾਂ ਥੋੜੀ ਥੱਲੇ ਜਾ ਰਹੀ ਹੈ, ਤੇ ਉਹ ਲੋਕੀ ਕੀ ਕਰਦੇ ਨੇ ਕਿ ਆਪਣਾ ਜਿਹੜਾ ਪੈਸਾ ਹੈ ਬੈਂਕ ਚੋਂ ਕੱਢ ਕੇ ਉਹ ਇਹੋ ਜਿਹੀ ਚੀਜ਼ਾਂ ਦੇ ਵਿੱਚ ਪਾਉਂਦੇ ਨੇ ਜੋ ਹਮੇਸ਼ਾ ਤੋਂ ਉਹਦਾ ਪ੍ਰਾਈਸ ਸੇਮ ਹੀ ਰਿਹਾ ਤੇ ਕਦੀ ਫਲਕਚੁਏਟ ਨਹੀਂ ਕੀਤਾ। ਤੇ ਯੂਜੂਲੀ ਲੋਕੀ ਆਪਣਾ ਪੈਸਾ ਪਾ ਦਿੰਦੇ ਸੀ ਸੋਨੇ ਦੇ ਵਿੱਚ, ਹੈ ਨਾ। ਹੁਣ ਜੇ ਤੁਸੀਂ ਵੇਖੋ ਮਿਲੀਅਨਰਸ ਨੇ, ਬਿਲੀਅਨਰਸ ਨੇ, ਜੇ ਤੁਹਾਡੇ ਕਰੰਸੀ, ਨੈਸ਼ਨਲ ਕਰੰਸੀ ਦਾ ਪੈਸਾ ਜੇ ਵੈਲਿਊ ਘਟਦੀ ਹੈ, ਤੇ ਜੇ ਇਫ ਯੂ ਥਿੰਕ ਕਿ ਜਿਹੜੇ ਲੋਕੀ ਮਿਲੀਅਨਸ ਤੇ ਬਿਲੀਅਨਸ ਹੋਲਡ ਕਰ ਰਹੇ ਨੇ, ਉਹਨਾਂ ਦਾ ਕਿੰਨਾ ਮਤਲਬ ਪਰਸੈਂਟੇਜ ਉਹਨਾਂ ਦੀ ਕਿੰਨਾ ਡ੍ਰੌਪ ਹੋਏਗੀ। ਸੋ ਉਹਨੂੰ ਬਚਾਉਣ ਲਈ, ਉਹਨੂੰ ਕਾਊਂਟਰ ਕਰਨ ਲਈ ਲੋਕੀ ਯੂਜੂਲੀ ਆਪਣਾ ਪੈਸਾ ਹਿਸਟੋਰਿਕਲੀ ਸੋਨੇ ਦੇ ਵਿੱਚ ਪਾ ਦਿੰਦੇ ਸੀ, ਤੇ ਫਿਰ ਜਦੋਂ ਇਕਨੋਮੀ ਚੜ ਜਾਂਦੀ ਸੀ ਉਹ ਵਾਪਸ ਸੋਨੇ ਤੋਂ ਕੱਢ ਲੈਂਦੇ ਸੀ, ਕਿਉਂਕਿ ਸੋਨੇ ਦਾ ਪ੍ਰਾਈਸ ਚੇਂਜ ਨਹੀਂ ਹੁੰਦਾ। ਐਂਡ ਦੈਟ ਇਜ਼ ਬਿਕੋਜ਼ ਸੋਨੇ ਦੀ ਜਿਹੜੀ ਕੁਆਂਟੀਟੀ ਹੈ ਉਹ ਲਿਮਿਟਡ ਹੈ। ਜਿਵੇਂ ਬਿਟਕੋਇਨ ਦੀ ਜਿਹੜੀ ਕੁਆਂਟੀਟੀ ਹੈ ਉਹ ਲਿਮਿਟਡ ਹੈ, ਸਿਰਫ 21 ਮਿਲੀਅਨ ਬਿਟਕੋਇਨ ਨੇ, ਇਦਾਂ ਹੀ ਸੋਨਾ ਵੀ ਲਿਮਿਟਡ ਹੈ। ਤੇ ਹੁਣ ਲੋਕਾਂ ਨੇ ਕੀ ਸ਼ੁਰੂ ਕਰਤਾ ਹੈ ਕਿ ਹਰ ਕੋਈ ਸੋਨੇ ਦੇ ਵਿੱਚ ਪੈਸਾ ਨਹੀਂ ਪਾ ਸਕਦਾ, ਔਰ ਇਟਸ ਨਾਟ ਆਪਸ਼ਨਲ ਫॉर एवरीवन। ਤੇ ਹੁਣ ਲੋਕੀ ਬਿਟਕੋਇਨ ਨੂੰ ਵੀ ਉਦਾਂ ਹੀ ਟ੍ਰੀਟ ਕਰ ਰਹੇ ਹਨ ਜਿਵੇਂ ਸੋਨੇ ਨੂੰ ਟ੍ਰੀਟ ਕਰੀਦਾ ਹੈ। ਇਨਫੈਕਟ ਬਿਟਕੋਇਨ ਦਾ ਦੂਜਾ ਨਾਮ ਹੈਗਾ ਹੈ ਇੰਟਰਨੈਟਸ ਗੋਲਡ, ਇੰਟਰਨੈਟ ਦਾ ਸੋਨਾ। ਤੇ ਹੁਣ ਲੋਕੀ ਕੀ ਕਰ ਰਹੇ ਨੇ ਕਿ ਉਹਨਾਂ ਦਾ ਪੈਸਾ ਦੀ ਵੈਲਿਊ ਨਾ ਘਟੇ ਬੈਂਕ ਦੇ ਵਿੱਚ, ਉਹਨਾਂ ਨੇ ਬਿਟਕੋਇਨ ਦੇ ਵਿੱਚ ਪੈਸਾ ਪਾਤਾ। ਸੋ ਪੈਂਡੈਮਿਕ ਦੇ ਵਿੱਚ ਉਹ ਵੀ ਬਹੁਤ ਅਸੀਂ ਵੇਖਿਆ। ਤੇ ਦੂਜੀ ਜਿਹੜੀ ਤੁਸੀਂ ਗੱਲ ਕਹੀ ਇੰਸਟੀਟਿਊਸ਼ਨਲ ਪੈਸੇ ਦੇ ਬਾਰੇ, ਜੇ ਅਸੀਂ ਲੋਕਾਂ ਨੂੰ ਸਮਝਾਈਏ ਇੰਸਟੀਟਿਊਸ਼ਨਲ ਪੈਸਾ ਕੀ ਹੁੰਦਾ ਹੈ, ਬੇਸਿਕਲੀ ਇੰਸਟੀਟਿਊਸ਼ਨਲ ਪੈਸਾ ਹੋ ਗਿਆ ਕਿ ਜਿਹੜੀਆਂ ਗਾਇਜ਼ ਵੱਡੀਆਂ ਵੱਡੀਆਂ ਕੰਪਨੀਆਂ ਨੇ, ਪਬਲਿਕਲੀ ਲਿਸਟਡ ਕੰਪਨੀਆਂ ਹੈ ਨਾ, ਜਿਨ੍ਹਾਂ ਦਾ ਰੈਵਨਿਊ ਮਤਲਬ ਮਿਲੀਅਨਸ ਤੇ ਬਿਲੀਅਨਸ ਦੇ ਵਿੱਚ ਹੈ, ਉਹਨਾਂ ਨੇ ਕੀ ਕਰਨਾ ਸ਼ੁਰੂ ਕਰਤਾ ਕਿ ਉਹਨਾਂ ਦੀ ਜਿਹੜੀ ਕੰਪਨੀ ਦਾ ਪੈਸਾ ਹੈ ਜਿਹੜਾ ਬੈਂਕ ਦੇ ਵਿੱਚ ਇਦਾਂ ਹੀ ਬੈਠਾ ਹੈ, ਉਹਨਾਂ ਨੇ ਉਹ ਪੈਸਾ ਬਿਟਕੋਇਨ ਦੇ ਵਿੱਚ ਪਾਣਾ ਸ਼ੁਰੂ ਕਰਤਾ। ਹੁਣ ਜੇ ਤੁਸੀਂ ਵੇਖੋ ਕਿ ਬਿਟਕੋਇਨ ਦੀ ਜਿਹੜਾ ਕੁਆਂਟੀਟੀ ਲਿਮਿਟਡ ਹੈ, ਸਿਰਫ 21 ਮਿਲੀਅਨ ਹੈ, ਤੇ ਇਹ ਜਿਹੜੀਆਂ ਕੰਪਨੀਆਂ ਨੇ ਇਹਨਾਂ ਨੇ ਆਲਰੇਡੀ ਵੇਖਣਾ ਸ਼ੁਰੂ ਕਰਤਾ ਹੈ, ਵੱਡੀ ਵੱਡੀ ਕੰਪਨੀਆਂ, ਕਿ ਫਿਊਚਰ ਕਿੱਥੇ ਹੈ, ਐਂਡ ਫਿਊਚਰ ਇਜ਼ ਕ੍ਰਿਪਟੋ ਕਰੰਸੀ ਇਜ਼ ਦ ਫਿਊਚਰ। ਤੇ ਉਹਨਾਂ ਨੇ ਆਲਰੇਡੀ ਹੁਣ ਕਿ ਹੁਣੇ ਪ੍ਰਾਈਸ ਘੱਟ ਹੈ ਤੇ ਆ ਕੇ ਜਿੰਨਾ ਅਸੀਂ ਮੰਗ ਸਕਦੇ ਹਾਂ ਮੰਨ ਲਓ। ਤੇ ਉਹ ਜਿਹੜਾ ਇੰਸਟੀਟਿਊਸ਼ਨਲ ਪੈਸਾ ਆ ਰਿਹਾ ਮਿਲੀਅਨਸ, ਹੁਣ ਆਈ ਥਿੰਕ ਜੇ ਅਸੀਂ ਗੱਲ ਕਰੀਏ ਅੰਗਦ ਮਾਈਕਰੋ ਸਟ੍ਰੈਟਜੀ ਦੀ, ਟੋਟਲ ਉਹਨਾਂ ਨੇ ਕਿੰਨੇ ਬਿਟਕੋਇਨਸ ਖਰੀਦੇ ਨੇ ਤੇ ਕਿੰਨਾ ਪੈਸਾ ਪਾਇਆ, ਉਹਨਾਂ ਕਿਉਂਕਿ ਨੇ ਉਹਨਾਂ ਨੇ ਦੋ ਵਾਰ ਕਰ ਲਿਆ ਨਾ। ਹਾਂਜੀ, ਉਹਨਾਂ ਨੇ ਨੀਅਰ ਅਬਾਊਟ 50,000 ਬਿਟਕੋਇਨਸ ਖਰੀਦੇ ਨੇ। ਜੇ ਆਪਾਂ 50,000 ਬਿਟਕੋਇਨ, ਹਾਂਜੀ, ਸਾਡੇ ਲਈ ਵੀ ਛੱਡੋ ਕੁਝ। ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ, ਹੁਣੇ ਮੇਰੇ ਮਾਈਂਡ 'ਚ ਇਹ ਗੱਲ ਆਈ, ਜਿਵੇਂ ਕਈ ਲੋਕੀ ਹੁਣ ਥੋੜਾ ਥੋੜਾ ਫਾਈਨੈਂਸ਼ੀਅਲ ਦੇ ਤਰਫ ਜਾ ਰਹੇ ਨੇ, ਥੋੜਾ ਜਿਹਾ ਫਾਈਨੈਂਸ ਸਿੱਖ ਰਹੇ ਨੇ, ਤੇ ਉਹਨਾਂ ਨੂੰ ਇਹ ਚੀਜ਼ ਪਤਾ ਹੈ ਕਿ ਹਰ ਸਾਲ ਕਿਸੇ ਵੀ ਕੰਟਰੀ ਦੀ ਜੋ ਇਨਫਲੇਸ਼ਨ ਰੇਟ ਹੁੰਦਾ ਹੈ, ਮਹਿੰਗਾਈ ਜੋ ਹੁੰਦੀ ਹੈ, ਉਹ 6 to 8% ਇਨਕਰੀਜ਼ ਹੁੰਦੀ ਹੈ। ਲੇਕਿਨ ਜੇ ਆਪਾਂ ਦੇਖੀਏ ਕਿ ਅਗਰ ਆਪਾਂ ਬੈਂਕ ਵਿੱਚ FD ਵੀ ਕਰਾਉਂਦੇ ਹਾਂ, ਤੇ FD ਦਾ ਸਾਨੂੰ ਮੈਕਸ ਟੂ ਮੈਕਸ 5% 6%, ਅਗਰ ਸਾਡਾ ਮਤਲਬ ਇੱਕ ਅਮਾਊਂਟ, ਇੱਕ ਲਿਮਿਟ ਤੋਂ ਥੱਲੇ ਹੈ ਅਮਾਊਂਟ, ਲਾਈਕ ਇਨ ਇੰਡੀਆ ਅਗਰ ਜੇ ਆਪਾਂ ਮਤਲਬ ਫਿਊ ਲੈਕਸ ਦੀ ਕਰਾਈਏ ਤੇ 6-7% ਮਿਲਦਾ ਹੈ। ਜੇ ਆਪਾਂ ਕਰੋੜਸ ਵਿੱਚ ਕਰਾਈਏ ਤੇ ਸਾਨੂੰ 7-8%, 10, ਮਤਲਬ ਉਹਦੇ ਹਿਸਾਬ ਨਾਲ ਇੱਕ ਉਹਨਾਂ ਨੇ ਇੰਟਰਸਟ ਟੇਬਲ ਡਿਸਾਈਡ ਕੀਤਾ। ਤੇ ਲੇਕਿਨ ਆਪਾਂ ਇਹ ਦੇਖੀਏ, ਅਗਰ ਕੋਈ ਜੋ ਨਾਰਮਲ ਬੰਦਾ ਹੈ, ਜੋ ਮਿਡਲ ਕਲਾਸ ਹੈ, ਉਹ ਅਗਰ 1 ਲੱਖ ਦੀ 2 ਲੱਖ ਦੀ FD ਵੀ ਕਰਾ ਰਿਹਾ, ਉਹਨੂੰ 5% 6% ਵੀ ਮਿਲ ਰਿਹਾ। ਬਟ ਅਗਰ ਆਪਾਂ ਇਨਫਲੇਸ਼ਨ ਨਾਲ ਕੈਲਕੂਲੇਟ ਕਰੀਏ ਤੇ ਉਹਦਾ ਪੈਸਾ ਵੱਧ ਨਹੀਂ ਰਿਹਾ, ਉਹਦਾ ਪੈਸਾ ਘੱਟ ਹੀ ਰਿਹਾ, ਹਰ ਸਾਲ ਉਹਦਾ ਪੈਸਾ ਘੱਟਦਾ ਜਾ ਰਿਹਾ। ਤੇ ਲੋਕਾਂ ਨੂੰ ਹੁਣ ਇਹ ਚੀਜ਼ ਸਮਝ ਆਣੀ ਸ਼ੁਰੂ ਹੋ ਗਈ ਹੈ ਕਿ ਯਾਰ ਰਾਦਰ ਦੇਨ ਅਸੀਂ ਬੈਂਕ 'ਚ ਪੈਸਾ ਰੱਖਦੇ ਹਾਂ, ਅਸੀਂ ਬਿਟਕੋਇਨ 'ਚ ਕਿਉਂ ਨਾ ਪਾਈਏ। ਹਾਂ, ਰਿਸਕ ਬਿਟਕੋਇਨ ਵਿੱਚ ਵੀ ਹੈ ਕਿ ਹਾਂ ਹੋ ਸਕਦਾ ਥੱਲੇ ਜਾ ਸਕਦਾ ਹੈ, ਬਟ ਐਟ ਦੀ ਐਂਡ ਆਫ ਦਾ ਡੇ ਲਿਮਿਟਡ ਸਪਲਾਈ ਐਂਡ ਅਨਲਿਮਿਟਡ ਡਿਮਾਂਡ। ਤੇ ਇਸ ਕਰਕੇ ਸਪਲਾਈ ਡਿਮਾਂਡ ਦੀ ਗੇਮ ਵਿੱਚ ਲੋਕੀ ਹਰ ਵਾਰ ਜਿੱਤਦੇ ਹੀ ਨੇ, ਬਿਕੋਜ਼ ਜੇ ਅਗਲਾ ਇੱਕ ਵੇਚ ਰਿਹਾ ਤਾਂ ਦੂਜਾ ਖਰੀਦਣ ਨੂੰ ਤਿਆਰ ਵੀ ਹੈਗਾ ਉਹਨੂੰ। ਤੇ ਇਸ ਕਰਕੇ ਲੋਕੀ ਹੁਣ ਬਿਟਕੋਇਨ ਦੀ ਤਰਫ ਦੇਖ ਰਹੇ ਨੇ, ਤੇ ਇੱਕ ਸਕਾਰਸਿਟੀ ਪੈਦਾ ਹੋ ਰਹੀ ਹੈ ਲੋਕਾਂ ਵਿੱਚ ਕਿ ਯਾਰ ਅਸੀਂ ਬਿਟਕੋਇਨ ਦੇ ਵਿੱਚ ਜਾਉਂਦੇ ਹਾਂ, ਰਾਦਰ ਦੇਨ ਅਸੀਂ ਬੈਂਕ 'ਚ ਪੈਸੇ ਰੱਖੀਏ, ਜਾਂ ਜੋ ਐਕਸੈਸਿਵ ਆਪਣਾ ਪੈਸਾ ਬੈਂਕ ਜਾਂ FD 'ਚ ਰੱਖਣ ਦੀ ਬਜਾਏ ਅਸੀਂ ਬਿਟਕੋਇਨ 'ਚ ਟ੍ਰਾਂਸਫਰ ਕਰਦੇ ਹਾਂ। ਪਹਿਲਾਂ ਲੋਕੀ ਸਟਾਕ 'ਚ ਕਰਦੇ ਸੀਗੇ ਕਿ ਆਪਾਂ ਸਾਲ 'ਚ ਇੰਨਾ ਸੇਵ ਕਰਤਾ ਤੇ ਅਸੀਂ ਸਟਾਕ 'ਚ ਪਾ ਦਿੰਦੇ ਹਾਂ ਤੇ ਸਾਨੂੰ ਰਿਟਰਨ ਮਿਲ ਰਿਹਾ।
ਲੇਕਿਨ ਹੁਣ ਸਟਾਕਸ ਵਿੱਚ ਵੀ ਰਿਟਰਨ ਹੈਗਾ ਹੈ, ਜੇ ਤੁਹਾਨੂੰ ਮਤਲਬ ਚੰਗੀ ਤਰ੍ਹਾਂ ਟ੍ਰੇਡਿੰਗ ਕਰਨੀ ਆਂਦੀ ਹੋਏ। ਜੇ ਤੁਸੀਂ ਨਾਰਮਲ ਇੱਕ ਰਿਟੇਲ ਇਨਵੈਸਟਰ ਹੋ ਨਾਰਮਲ, ਜੋ ਲੌਂਗ ਟਰਮ ਦੀ ਸੋਚਦਾ ਹੈ, ਤੇ ਉਹ ਹਰ ਚੀਜ਼ ਨੂੰ ਇੰਨੀ ਜਲਦੀ ਪਿਕ ਨਹੀਂ ਕਰ ਸਕਦਾ। ਤੇ ਇਸ ਕਰਕੇ ਕ੍ਰਿਪਟੋ ਕਰੰਸੀ ਇੱਕ ਆਪਸ਼ਨ ਸੀਗਾ ਉਹਨਾਂ ਲਈ, ਜੋ ਕਿ ਇੱਕ ਸਿਕਿਉਰ ਵੀ ਹੈ, ਤੇ ਕੋਈ ਗਵਰਨਮੈਂਟ ਉਹਨੂੰ ਗਵਰਨ ਨਹੀਂ ਕਰ ਸਕਦੀ। ਤੇ ਇਸ ਕਰਕੇ ਜੋ ਐਬਸੋਲੂਟਲੀ, ਉਹ ਪੀਪਲ ਦਾ ਹੀ ਕੰਟਰੋਲ ਹੈ ਉਹਦੇ ਉੱਤੇ। ਬਿਲਕੁਲ। ਐਂਡ ਇਹ ਗੱਲ ਬਹੁਤ ਹੀ ਪਾਵਰਫੁਲ ਹੈ ਕਿ ਪੀਪਲ ਜਿਹੜੇ ਲੋਕ ਹੈ ਉਹਨਾਂ ਦਾ ਕੰਟਰੋਲ ਹੈਗਾ ਹੈ। ਤੇ ਜਿਵੇਂ ਬਿਟਕੋਇਨ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਇੱਕ ਸੇਵਿੰਗਸ ਦੀ ਟੈਕਨੋਲੋਜੀ ਹੈ। ਹੂੰ ਇਟਸ ਅ ਟੈਕਨੋਲੋਜੀ ਜਿਹਦੇ ਵਿੱਚ ਤੁਸੀਂ ਆਪਣਾ ਪੈਸਾ ਸੇਵ ਕਰ ਸਕਦੇ ਹੋ ਤੇ ਵਧਾ ਸਕਦੇ ਹੋ। ਤੇ ਹੁਣ ਜੇ ਅਸੀਂ ਅੰਗਦ ਵੇਖੀਏ ਕਿ ਬਿਟਕੋਇਨ ਦਾ ਪ੍ਰਾਈਸ ਵਧ ਰਿਹਾ ਹੈ ਹਨਾ, ਤੇ ਹੂੰ ਪਰ ਜਿਵੇਂ ਲਾਸਟ ਟਾਈਮ 2017 ਵਿੱਚ ਵਧਿਆ ਸੀ ਤੇ ਹੁਣ ਹੂੰ ਵਧ ਰਿਹਾ ਹੈ, ਇਹਦੇ ਵਿੱਚ ਮੇਨ ਡਿਫਰੈਂਸ ਕੀ ਹੈਗਾ ਹੈ? ਮਤਲਬ ਮੈਂ ਜੇ ਸ਼ੁਰੂ ਕਰਾਂ ਕਿ ਮੈਨੂੰ ਲੱਗਦਾ ਮੇਨ ਡਿਫਰੈਂਸ ਇਹ ਹੈਗਾ ਕਿ 2017 ਦੇ ਵਿੱਚ ਮਾਰਕੀਟ ਕ੍ਰਿਪਟੋ ਦੀ ਇੰਨੀ ਮੈਚੁਰ ਨਹੀਂ ਸੀ, ਹੂੰ ਤੇ ਇਟ ਵਾਸ ਨਾਟ ਏਬਲ ਟੂ ਮੇਨਟੇਨ ਇਟਸ ਪੋਜੀਸ਼ਨ ਐਟ 20,000। ਇੱਕਦਮ ਉੱਤੇ ਚੜਿਆ ਹਾਈ ਪਾਈ, ਤੇ ਮੀਡੀਆ ਨੇ ਵੀ ਬਹੁਤ ਚੱਕਤਾ ਸੀ ਆਬਵੀਅਸਲੀ, ਜੇ ਹੁਣ ਇੰਨਾ ਪ੍ਰਾਈਸ, ਤੇ ਉਹ ਇੱਕਦਮ ਥੱਲੇ ਵੀ ਕ੍ਰੈਸ਼ ਕੀਤਾ। ਹੁਣ ਜੇ ਅਸੀਂ ਵੇਖੀਏ ਮੀਡੀਆ ਦੇ ਵਿੱਚ ਬਿਟਕੋਇਨ ਦੇ ਪ੍ਰਾਈਸ ਦੇ ਬਾਰੇ ਇੰਨੀ ਗੱਲ ਨਹੀਂ ਆ ਰਹੀ, ਤੇ ਮੈਨੂੰ ਉਹ ਇਸ ਕਰਕੇ ਬਿਕੋਜ਼ ਬਿਟਕੋਇਨ ਦਾ ਜਿਹੜਾ ਪ੍ਰਾਈਸ ਵਧ ਰਿਹਾ ਹੈ ਉਹ ਕੰਪਨੀਆਂ ਜਿਹੜਾ ਇੰਨਾ ਪੈਸਾ ਪਾ ਰਹੀਆਂ ਨੇ ਉਸ ਕਰਕੇ ਵਧ ਰਿਹਾ ਹੈ। ਸੋ ਕੈਨ ਵੀ ਹੂੰ ਇਮੇਜਿਨ ਕਿ ਜਦੋਂ ਉਹ ਫੇਰ ਨਾ ਚੜ ਜਾਂਦਾ ਹੈ ਤਾਂ ਲੋਕ ਫੇਰ ਹਾਈਪ ਆ ਜਾਂਦੀ ਹੈ, ਫੇਰ ਮੀਡੀਆ ਗੱਲਾਂ ਕਰਨੀ ਸ਼ੁਰੂ ਹੋ ਜਾਂਦੀ ਹੈ, ਹੋਰ ਕਿੰਨਾ ਮਤਲਬ ਹੋਰ ਕਿੰਨਾ ਉੱਤੇ ਜਾਏਗਾ। ਆਈ ਫੀਲ ਲਾਈਕ ਕਿ 25,000 30,000 ਬਹੁਤ ਨਾਰਮਲ ਪ੍ਰਾਈਸ ਬਣ ਜਾਏਗਾ, ਮਤਲਬ ਬਹੁਤ ਹੂੰ ਨਾਰਮਲ ਰੇਂਜਸ ਬਣ ਜਾਣਗੀਆਂ। ਜੇ ਆਪਾਂ ਗੱਲ ਕਰੀਏ, ਇੱਕ ਮੈਟਰ ਆਫ ਟਾਈਮ ਦੀ ਗੱਲ ਹੈ, ਲਾਈਕ ਜੋ 2017 ਸੀਗਾ, ਉਹ ਲੋਕਾਂ ਲਈ ਮਤਲਬ ਇੱਕ ਇਹੋ ਜਿਹਾ ਸਾਲ ਸੀਗਾ ਕਿ ਲੋਕਾਂ ਨੂੰ ਮਤਲਬ ਪਤਾ ਚੱਲਿਆ ਕਿ ਅੱਛਾ ਕ੍ਰਿਪਟੋ ਕਰੰਸੀ ਵੀ ਇੱਕ ਚੀਜ਼ ਹੁੰਦੀ ਹੈ। ਤੇ 2017 ਨੂੰ ਜੇ ਅਸੀਂ ਕਹੀਏ ਤਾਂ ਈਅਰ ਆਫ ਆਈਪੀਓ ਸੀਗਾ। ਨਵੇਂ ਨਵੇਂ ਕ੍ਰਿਪਟੋ ਕਰੰਸੀਜ਼ ਆ ਰਹੇ ਸੀਗੇ ਬਲੌਕਚੇਨ ਟੈਕਨੋਲੋਜੀ ਤੇ ਬੜਾ ਕੁਝ ਹੋ ਰਿਹਾ ਸੀ, ਤੇ ਲੋਕਾਂ ਨੂੰ ਜੇ ਪਤਾ ਲੱਗਿਆ ਤੇ ਲੋਕਾਂ ਨੇ ਉਹਦੇ ਬਾਰੇ ਜ਼ਿਆਦਾ ਰਿਸਰਚ ਨਹੀਂ ਕੀਤੀ। ਲੋਕਾਂ ਨੇ ਇਹ ਨਹੀਂ ਵੇਖਿਆ ਕਿ ਆਪਾਂ ਕੀ ਮਤਲਬ ਕਿਹਦੇ ਚ ਇਨਵੈਸਟ ਕਰਨਾ ਚਾਹੀਦਾ, ਕਿਹਦੇ ਚ ਨਹੀਂ ਕਰਨਾ ਚਾਹੀਦਾ। ਤੇ ਉਹ ਬਿਟਕੋਇਨ ਖਰੀਦ ਰਹੇ ਸੀ ਤੇ ਨਾਲ ਆਪਣਾ ਪੈਸਾ ਡਾਇਵਰਟ ਕਰ ਰਹੇ ਸੀਗੇ ਆਈਪੀਓਜ਼ ਵਗੈਰਾ ਵਿੱਚ। ਆਈਪੀਓ ਹੁੰਦਾ ਇਨੀਸ਼ੀਅਲ ਪਬਲਿਕ ਆਫਰਿੰਗ, ਜਾਂ ਬਲੌਕਚੇਨ ਚ ਅਸੀਂ ਆਈਸੀਓ ਕਹਿੰਦੇ ਆ, ਇਨੀਸ਼ੀਅਲ ਕੋਇਨ ਆਫਰਿੰਗ। ਤੇ ਉਹਦੇ ਬਾਰੇ ਅਸੀਂ ਨੈਕਸਟ ਟਾਈਮ ਵੀਡੀਓ ਲੈ ਆਵਾਂਗੇ ਪ੍ਰੋਪਰ ਟੌਪਿਕ ਦੇ ਉੱਤੇ। ਤੇ 2017 ਵਿੱਚ ਇਹ ਹੋ ਰਿਹਾ ਸੀ, ਤੇ ਜਿਵੇਂ ਲੋਕੀ ਦੇਖ ਰਹੇ ਸੀ ਅੱਛਾ ਇਹਦਾ ਪ੍ਰਾਈਸ ਵੱਧ ਰਿਹਾ ਹੈ, ਤੇ ਲੋਕਾਂ ਨੇ ਬਾਏ ਕਰਨਾ ਸ਼ੁਰੂ ਕਰਤਾ। ਲੇਕਿਨ ਜੋ ਵੇਲਸ ਹੁੰਦੇ ਨੇ, ਜੋ ਆਲਰੇਡੀ ਜਿਨ੍ਹਾਂ ਕੋਲ ਕਾਫੀ ਸਾਰਾ ਬਿਟਕੋਇਨ ਪਹਿਲਾਂ ਤੋਂ ਹੀ ਹੋਲਡ ਸੀਗਾ, ਚਾਹੇ ਮਾਈਨਿੰਗ ਦੇ ਥਰੂ ਹੋਏ, ਚਾਹੇ ਉਹਨਾਂ ਨੇ ਬਾਏ ਕੀਤਾ ਹੋਏ, ਤੇ 2017 ਚ ਇਹ ਸਭ ਹੋਣਾ ਸ਼ੁਰੂ ਹੋਇਆ, ਤੇ ਲੋਕਾਂ ਨੇ ਹੋਰ ਬਾਏ ਕਰਨਾ ਸ਼ੁਰੂ ਕਰਤਾ। ਲੇਕਿਨ ਜੋ ਲੋਕਾਂ ਨੇ 2017 ਤੋਂ ਪਹਿਲਾਂ ਹੋਲਡ ਕੀਤਾ ਸੀ ਬਹੁਤ ਇੱਕ ਮਿਨੀਮਮ ਪ੍ਰਾਈਸ ਤੇ ਉਹਨਾਂ ਨੇ ਬਾਏ ਕੀਤਾ ਸੀ, ਤੇ ਉਹਨਾਂ ਨੇ ਦੇਖਿਆ ਕਿ ਯਾਰ $20,000 ਚਲਾ ਗਿਆ, ਤੇ ਆਪਾਂ ਵੇਚ ਕੇ ਇਹਨੂੰ ਕੈਸ਼ ਕਰਾ ਲੈਂਦੇ ਆ ਕਿ ਕੱਲ ਨੂੰ ਹੋਰ ਡਾਊਨ ਨਾ ਚਲਾ ਜਾਏ ਦੁਬਾਰਾ। ਤੇ ਲੋਕਾਂ ਨੇ ਕੈਸ਼ ਕਰਾਉਣਾ ਸ਼ੁਰੂ ਕਰਤਾ, ਤੇ ਉਹ ਫਿਰ ਉਹਦਾ ਪ੍ਰਾਈਸ ਥੱਲੇ ਆਉਣਾ ਸ਼ੁਰੂ ਹੋ ਗਿਆ। ਤੇ ਕਾਫੀ ਸਾਰੀ ਨੈਗੇਟਿਵ ਨਿਊਜ਼ ਵੀ ਸੀਗੀ, ਜਿਵੇਂ ਇੰਡੀਆ ਵਿੱਚ ਆਰਬੀਆਈ ਨੇ ਕ੍ਰਿਪਟੋ ਕਰੰਸੀ ਦੀ ਟ੍ਰੇਡਿੰਗ ਵਿੱਚ ਜਾਂ ਲੈਣ ਦੇਣ ਵਿੱਚ ਬੈਨ ਲਾਤਾ ਸੀਗਾ। ਬਟ ਆਫਟਰ 1 year in 2018 ਆਈ ਥਿੰਕ ਜੋ ਸੁਪਰੀਮ ਕੋਰਟ ਆਫ ਇੰਡੀਆ ਹੈ, ਉਹਨੇ ਇਹ ਬੈਨ ਚੱਕਤਾ ਸੀਗਾ ਕਿ ਨਹੀਂ ਤੁਸੀਂ। ਇਸ ਸਾਲ ਹੀ ਫਰਵਰੀ ਜਾਂ ਮਾਰਚ ਵਿੱਚ ਚੱਕਿਆ ਸੀ। ਫਿਰ ਉਹਦੇ ਤੋਂ ਬਾਅਦ ਕੀ ਹੋਇਆ, ਲੋਕਾਂ ਨੂੰ ਫਿਰ ਇੰਟਰਸਟ ਆਉਣਾ ਸ਼ੁਰੂ ਹੋਇਆ ਕਿ ਓਕੇ ਹੁਣ ਗਵਰਨਮੈਂਟਸ ਨੇ ਵੀ ਇਹ ਤੇ ਬੈਨ ਹਟਾ ਦਿੱਤਾ ਹੈ। ਤੇ ਕੁਝ ਨਿਊਜ਼ ਇਹ ਵੀ ਆਣੀ ਸ਼ੁਰੂ ਹੋਈ ਸੀ, ਜਿਵੇਂ ਬਹੁਤ ਸਾਰੇ ਜੋ ਇੰਟਰਨੈਸ਼ਨਲ ਬੈਂਕਸ ਨੇ, ਲਾਈਕ ਬੈਂਕ ਆਫ ਅਮਰੀਕਾ ਔਰ ਸਿਟੀ ਬੈਂਕ ਔਰ ਹੋਰ ਸਾਰੇ ਜੋ ਬੈਂਕ ਨੇ, ਬਲੌਕਚੇਨ ਵਗੈਰਾ ਨੂੰ ਯੂਜ਼ ਕਰ ਰਹੇ ਨੇ ਆਪਣੇ ਈਕੋਸਿਸਟਮ ਦੇ ਵਿੱਚ, ਤਾਂ ਕਿ ਉਹ ਆਪਣੀ ਟ੍ਰਾਂਜੈਕਸ਼ਨ ਜ਼ਿਆਦਾ ਸਿਕਿਉਰਲੀ ਕਰ ਪਾਉਣ, ਤੇ ਉਹ ਟ੍ਰਾਂਜੈਕਸ਼ਨ ਫੀਸ ਬਹੁਤ ਘੱਟ ਹੋਏ, ਤੇ ਬਾਰਡਰਲੈਸ ਟ੍ਰਾਂਜੈਕਸ਼ਨ ਈਜ਼ੀ ਹੋ ਜਾਏ ਇਸ ਕਰਕੇ। ਤੇ ਦੈਨ ਉਸ ਤੋਂ ਬਾਅਦ ਉਹਦੀ ਫੇਰ ਹਾਈਪ ਹੋਣੀ ਸ਼ੁਰੂ ਹੋ ਗਈ। ਦੈਨ ਉਹ ਹਾਈਪ ਹੁੰਦੇ ਹੁੰਦੇ ਜਦ ਹੁਣ ਪੈਂਡੈਮਿਕ ਸਿਚੁਏਸ਼ਨ ਆਈ, ਤੇ ਲੋਕਾਂ ਨੇ ਇਹ ਚੀਜ਼ ਦੇਖੀ ਕਿ ਸਭ ਕੁਝ ਗਿਰ ਰਿਹਾ, ਬਟ ਬਿਟਕੋਇਨ ਨੇ ਆਪਣਾ ਇੱਕ ਬੇਸ ਬਣਾ ਕੇ ਰੱਖਿਆ ਹੋਇਆ, ਤੇ ਇਸ ਕਰਕੇ ਲੋਕੀ ਉਹਨੂੰ ਹੁਣ ਬਿਟਕੋਇਨ ਦੀ ਤਰਫ ਡਾਇਵਰਟ ਹੋ ਰਹੇ ਨੇ, ਤੇ ਲੋਕੀ ਆਪਣੇ ਆਪ ਨੂੰ ਐਜੂਕੇਟ ਵੀ ਕਰ ਰਹੇ ਨੇ ਕਿ ਅੱਛਾ ਬਿਟਕੋਇਨ ਐ ਹੁੰਦੀ ਹੈ, ਬਲੌਕਚੇਨ ਐਵੇਂ ਵਰਕ ਕਰਦੀ ਹੈ। ਤੇ ਲੋਕੀ ਹੁਣ ਇੱਕ ਇਨਫੋਰਮਡ ਡਿਸੀਜਨ ਲੈ ਰਹੇ ਨੇ, ਰਾਦਰ ਦੈਨ ਕਿ ਉਹ ਮਤਲਬ ਭੇਡ ਚਾਲ ਵਾਲੇ। ਜੋ ਚਾਚੇ ਤਾਏ ਦੇ ਮੁੰਡੇ ਨੇ ਕਿਹਾ, ਜੋ ਕਜ਼ਨ ਨੇ ਕਿਹਾ, ਜੋ ਫਰੈਂਡ ਨੇ ਕਿਹਾ ਕਿ ਇਹਦੇ ਵਿੱਚ ਪਾਓ, ਇਹਦੇ ਹਾਂਜੀ ਵਿੱਚ, ਇਸ ਕਰਕੇ ਤੇ ਲੋਕਾਂ ਨੇ ਪੈਸਾ ਵੀ ਨਾ ਲੂਜ਼ ਕੀਤਾ ਸੀ। ਕੁਝ ਲੋਕਾਂ ਨੇ ਪੈਸਾ ਵੀ ਬਹੁਤ ਬਣਾਇਆ ਸੀ, ਲੱਕੀ ਵੀ ਹੋ ਗਈ ਸੀ, ਕੁਝ ਲੋਕਾਂ ਨੇ ਬਿਕੋਜ਼ ਲੈਕ ਆਫ ਐਜੂਕੇਸ਼ਨ ਮੈਂ ਤੁਹਾਨੂੰ ਹੋਇਆ ਵੀ ਸੀ ਬਹੁਤ। ਇੱਕ ਚੀਜ਼ ਦੱਸਦਾ। ਲਾਈਕ ਇਨ 2016-17 ਜਦ ਮੈਨੂੰ ਪਤਾ ਲੱਗਿਆ ਸੀ ਇਹਦੇ ਬਾਰੇ, ਮੈਂ ਉਦੋਂ ਦੇਖਣਾ ਸ਼ੁਰੂ ਕੀਤਾ ਸੀ ਜਦ ਬਿਟਕੋਇਨ ਦਾ ਪ੍ਰਾਈਸ 35,000 ਰੁਪੀਸ
ਪਰ ਬਿਟਕੋਇਨ ਹੁੰਦਾ ਸੀਗਾ ਤੇ ਹੁਣ ਇੰਡੀਆ ਵਿੱਚ ਇਟਸ ਨੀਅਰ ਅਬਾਊਟ 14 ਲੱਖ ਪਰ ਬਿਟਕੋਇਨ। ਮਤਲਬ ਮੈਂ 35,000 ਤੋਂ 14 ਲੱਖ ਦੀ ਜਰਨੀ ਵੇਖੀ ਹੈ ਕਿ ਕਿੱਦਾਂ ਬਿਟਕੋਇਨ ਉੱਤੇ ਗਿਆ। ਮੈਂ ਆਪਣੇ ਡੈਡ ਤੋਂ ਥੋੜੇ ਪੈਸੇ ਲੈਂਦਾ ਸੀ ਪਾਕਟ ਮਨੀ ਕਿ ਡੈਡ ਮੈਨੂੰ ਇਨਵੈਸਟ ਕਰਨਾ। ਮੈਂ ਨਵਾਂ ਉਸ ਟਾਈਮ ਸਿੱਖ ਰਿਹਾ ਸੀ। ਮੈਂ ਮਾਈਨਿੰਗ ਵੀ ਕੀਤੀ ਹੈ, ਬਿਟਕੋਇਨ ਮਾਈਨਿੰਗ ਕੀਤੀ ਹੈ, ਹੋਰ ਵੀ ਇੱਕ ਦੋ ਕੋਇਨਸ ਦੀ ਮਾਈਨਿੰਗ ਵੀ ਕੀਤੀ ਹੈ ਤਾਂ ਕਿ ਇੱਕ ਹੈਂਡਸ ਔਨ ਨੌਲੇਜ ਮਿਲੇ ਕਿ ਇਹ ਚੀਜ਼ ਕਿੱਦਾਂ ਦੀ ਵਰਕ ਕਰਦੀ ਹੈ। ਤੇ ਜਦ ਤੱਕ ਆਪਾਂ ਆਪੇ ਟਰਾਈ ਨਹੀਂ ਕਰਾਂਗੇ ਤਦ ਤੱਕ ਆਪਾਂ ਕੁਝ ਨਹੀਂ ਸਿੱਖ ਨਹੀਂ ਸਕਦੇ ਜੇ ਆਪਾਂ ਇਹਨੂੰ ਹਾਂਜੀ, ਗੱਲ ਕਹੀਏ ਤੇ। ਐਬਸੋਲੂਟਲੀ ਆਈ ਫੁੱਲੀ ਐਗਰੀ। ਸੋ ਓਕੇ ਅੰਕਲ, ਜੇ ਹੁਣ ਅਸੀਂ ਥੋੜਾ ਚੇਂਜ ਕਰਨੇ ਗੀਅਰ ਤੇ ਥੋੜਾ ਜੇ ਅਸੀਂ ਟੌਪਿਕ ਤੇ ਜਾਈਏ, ਹੁਣ ਇੱਕ ਬਹੁਤ ਵੱਡੀ ਨਿਊਜ਼ ਆਈ ਹੈ ਰੀਸੈਂਟਲੀ ਜੋ ਅਸੀਂ ਗਾਇਸ ਤੁਹਾਨੂੰ ਦੱਸਣਾ ਚਾਹੁੰਦੇ ਹਾਂ। ਤੇ ਇਹ ਵੀ ਇੱਕ ਗੱਲ ਹੈ ਕਿ ਅਸੀਂ ਕ੍ਰਿਪਟੋ ਦੀ ਦੁਨੀਆ ਵਿੱਚ ਜੋ ਨਿਊਜ਼ ਆ ਰਹੀ ਹੈ ਅਸੀਂ ਤੁਹਾਨੂੰ ਇਨਫੋਰਮਡ ਕਰਨਾ ਚਾਹੁੰਦੇ ਹਾਂ ਵੀਕਲੀ, ਤਾਂ ਕਿ ਤੁਹਾਨੂੰ ਪਤਾ ਲੱਗੇ ਉਹਦਾ ਇਫੈਕਟ ਕਿਵੇਂ ਹੋ ਰਿਹਾ ਹੈ ਬਿਟਕੋਇਨ ਤੇ ਦੂਜੇ ਕੋਇਨਸ ਤੇ। ਹੁਣ ਇੱਕ ਨਿਊਜ਼ ਆਈ ਹੈ ਅੰਗਦ ਕਿ ਬਹੁਤ ਵੱਡੀ ਨਿਊਜ਼ ਕਿ ਬਿਟਕੋਇਨ ਅਰਾਈਵਸ ਔਨ ਵਾਲ ਸਟਰੀਟ। ਹੁਣ ਬਿਟਕੋਇਨ ਜੀ ਨੇ ਵਾਲ ਸਟਰੀਟ ਤੇ ਐਂਟਰੀ ਪਾ ਲਈ ਹੈ। ਤੇ ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਇਹ ਨਿਊਜ਼ ਦਾ ਕੀ ਮਤਲਬ ਹੈ, ਕੀ ਹੋ ਰਿਹਾ ਹੈ ਤੇ ਉਹਦਾ ਅਸਰ ਜਿਹੜਾ ਹੈ, ਇੰਪੈਕਟ ਹੈ, ਉਹ ਬਿਟਕੋਇਨ ਤੇ ਕੀ ਹੋ ਸਕਦਾ ਹੈ? ਜਿਵੇਂ ਰਵਨੀਤ ਜੀ ਨੇ ਗੱਲ ਕੀਤੀ ਬਿਟਕੋਇਨ ਅਰਾਈਵ ਔਨ ਵਾਲ ਸਟਰੀਟ, ਤੇ ਇਹਦਾ ਇੱਕ ਇਹ ਮਤਲਬ ਹੈ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਵੱਡੀ ਜੋ ਇੰਸਟੀਟਿਊਸ਼ਨਲ ਇਨਵੈਸਟਮੈਂਟਸ ਆ ਰਹੀਆਂ ਨੇ ਬਿਟਕੋਇਨ ਦੇ ਵਿੱਚ, ਉਹਨਾਂ ਨੇ ਵਾਲ ਸਟਰੀਟ ਦੇ ਟ੍ਰੇਡਰਸ ਦਾ ਤੇ ਵਾਲ ਸਟਰੀਟ ਦੇ ਜੋ ਲੋਕ ਨੇ ਉਹਨਾਂ ਦਾ ਜੋ ਅਟੈਂਸ਼ਨ ਹੈ ਉਹ ਉੱਥੇ ਡਾਇਵਰਟ ਹੋ ਗਈ। ਲੋਕ ਦੇਖ ਰਹੇ ਨੇ ਕਿ ਵੱਡੇ ਇੰਸਟੀਟਿਊਸ਼ਨਲ ਇਨਵੈਸਟਰਸ ਉਹਦੇ ਵਿੱਚ ਇਨਵੈਸਟ ਕਰ ਰਹੇ ਨੇ, ਮਿਲੀਅਨਸ ਆਫ ਡਾਲਰਸ ਆਪਣੀ ਜੋ ਰਿਜ਼ਰਵਸ ਨੇ ਉਹ ਬਿਟਕੋਇਨ ਵਿੱਚ ਡਾਇਵਰਟ ਕਰ ਰਹੇ ਨੇ। ਕੁਝ ਕੰਪਨੀਆਂ ਨੇ ਮੋਰ ਦੈਨ 10% ਆਪਣਾ ਰਿਜ਼ਰਵ ਡਾਇਵਰਟ ਕੀਤਾ ਹੈ ਬਿਟਕੋਇਨ ਦੇ ਵਿੱਚ, ਤੇ ਇਸ ਕਰਕੇ ਉਹਨਾਂ ਦਾ ਧਿਆਨ ਉਸ ਤਰਫ ਜਾ ਰਿਹਾ। ਤੇ ਜੋ ਵਾਲ ਸਟਰੀਟ ਦੇ ਟ੍ਰੇਡਰਸ ਨੇ, ਇਨਵੈਸਟਰਸ ਨੇ, ਕੰਪਨੀਆਂ ਨੇ, ਚਾਹੇ ਉਹ ਪੋਰਟਫੋਲੀਓ ਮੈਨੇਜਮੈਂਟ ਹੋਏ, ਇਨਵੈਸਟਮੈਂਟ ਕੰਪਨੀਆਂ ਹੋਣ, ਚਾਹੇ ਬੈਂਕਿੰਗ ਸੈਕਟਰਸ ਹੋਣ, ਬੜੇ ਸਾਰੇ ਜੋ ਵੱਡੇ ਵੇਲਸ ਨੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੋ ਹਾਈ ਅਮਾਉਂਟ ਨਾਲ ਟ੍ਰੇਡਿੰਗ ਕਰਦੇ ਨੇ ਜਾਂ ਇਨਵੈਸਟ ਕਰਦੇ ਨੇ, ਤੇ ਉਹ ਸਭ ਹੁਣ ਬਿਟਕੋਇਨ ਦੀ ਤਰਫ ਡਾਇਵਰਟ ਹੋ ਰਹੇ ਨੇ। ਉਹ ਉਹਦੇ ਜੋ ਐਸਪੈਕਟਸ ਨੇ ਉਹਨੂੰ ਐਕਸਪਲੋਰ ਕਰ ਰਹੇ ਨੇ ਤਾਂ ਕਿ ਉਹ ਉਹਦੇ ਤੇ ਵੀ ਇਨਵੈਸਟ ਕਰ ਸਕਣ। ਲੋਕਾਂ ਨੂੰ ਇਹਦੇ ਬਾਰੇ, ਇਹਦੀ ਅਹਿਮੀਅਤ ਦੇ ਬਾਰੇ ਪਤਾ ਲੱਗਣਾ ਸ਼ੁਰੂ ਹੋ ਗਿਆ ਹੈ। ਤੇ ਆਈ ਥਿੰਕ ਅੰਗਦ ਕਿ ਇਹ ਵੀ ਜਿਹੜੀ ਹੁਣ ਗੱਲ ਹੋ ਰਹੀ ਹੈ ਨਾ ਕਿ ਇੰਨੇ ਵੱਡੇ ਕੰਪਨੀਆਂ ਆ ਕੇ ਮਿਲੀਅਨਸ ਤੇ ਮਿਲੀਅਨਸ 50,000 ਬਿਟਕੋਇਨ ਖਰੀਦ ਰਹੇ ਨੇ, ਉਹਦੇ ਨਾਲ ਵੀ ਲੋਕਾਂ ਨੂੰ ਵਾਲ ਸਟਰੀਟ ਜਿਹੜੇ ਬੈਂਕਰਸ ਵਗੈਰਾ ਨੇ, ਟ੍ਰੇਡਰਸ ਨੂੰ, ਉਹਨਾਂ ਨੂੰ ਹੋ ਰਿਹਾ ਹੈ ਕਿ ਓਕੇ ਜੇ ਇਹ ਇੰਨਾ ਪੈਸਾ ਪਾ ਰਹੇ ਨੇ, ਇਹ ਕੰਪਨੀ ਇੰਨੀ ਵੱਡੀ ਹੈ, ਤੇ ਜੇ ਇਹ ਸਟੈਪ ਲੈ ਰਹੇ ਨੇ, ਇਹਨਾਂ ਨੇ ਕੁਝ ਸੋਚ ਸਮਝ ਕੇ ਇੰਨਾ ਸਾਰਾ ਪੈਸਾ ਪਾ ਰਹੇ ਨੇ, ਤੇ ਮਤਲਬ ਕੀ ਹੋ ਰਿਹਾ ਹੈ ਤੇ ਉਹਦੇ ਨਾਲ ਵੀ ਲੋਕਾਂ ਨੂੰ ਹੁਣ ਕੌਨਫੀਡੈਂਸ ਆ ਰਿਹਾ ਹੈ ਬਿਟਕੋਇਨ ਦੇ ਬਾਰੇ ਕਿ ਇਟਸ ਨਾਟ ਜਸਟ ਸਮਥਿੰਗ ਕਿ ਪੌਂਜੀ ਸਕੀਮ ਜਾਂ ਤੁਸੀਂ ਉੱਤੇ ਥੱਲੇ ਹੋ ਗਿਆ। ਲਾਈਕ ਇਹ ਬਹੁਤ ਹੀ ਸੋਚ ਸਮਝ ਕੇ ਇਹ ਟੈਕਨੋਲੋਜੀ ਬਣਾਈ ਗਈ ਹੈ ਜਿਹੜੀ ਲੋਕਾਂ ਨੂੰ ਇਹਦੇ ਬਾਰੇ ਜਿਹੜਾ ਸਮਝਣਾ ਸ਼ੁਰੂ ਹੋ ਗਿਆ, ਕੰਪਨੀਆਂ ਨੇ ਸਮਝਣਾ ਸ਼ੁਰੂ ਕਰਤਾ ਹੈ, ਤੇ ਉਹਦੇ ਨਾਲ ਹੁਣ ਇਹਦੀ ਜਿਹੜੀ ਅਡਾਪਸ਼ਨ ਹੈ, ਇਹਦੀ ਜਿਹੜੀ ਯੂਸੇਜ ਹੈ, ਹੁਣ ਉਹ ਮਤਲਬ ਵੱਧ ਰਹੀ ਹੈ। ਐਵਰੀ ਡੇ ਮੋਰ ਐਂਡ ਮੋਰ ਜਿਹੜੇ ਲੋਕੀ ਨੇ ਉਹ ਬਿਟਕੋਇਨ ਦੇ ਵਿੱਚ ਐਂਟਰ ਕਰ ਰਹੇ ਨੇ। ਸੋ ਆਈ ਥਿੰਕ ਕਿ ਵਾਲ ਸਟਰੀਟ ਦੇ ਵਿੱਚ ਹੁਣ ਜੋ ਬਿਟਕੋਇਨ ਹੁਣ ਆ ਗਿਆ ਹੈ, ਤੇ ਡਸ ਦੈਟ ਮੀਨ ਕਿ ਹੁਣ ਜਿਹੜੇ ਤੁਹਾਡੇ ਵਾਲ ਸਟਰੀਟ ਤੇ ਐਕਸਚੇਂਜਸ ਨੇ ਉਹਨਾਂ ਤੋਂ ਤੁਸੀਂ ਬਿਟਕੋਇਨ ਖਰੀਦ ਸਕਦੇ ਹੋ? ਮੇ ਬੀ ਇਨ ਫਿਊਚਰ ਹੋ ਸਕਦਾ ਹੈ। ਬੜੇ ਸਾਰੇ ਜੋ ਐਕਸਚੇਂਜਸ ਨੇ ਜੋ ਸਟਾਕ ਵਿੱਚ ਟ੍ਰੇਡਿੰਗ ਮਤਲਬ ਕਰਾਉਂਦੇ ਨੇ, ਬ੍ਰੋਕਰਸ ਨੇ, ਉਹ ਐਕਸਪਲੋਰ ਕਰ ਰਹੇ ਨੇ ਜੋ ਬਿਟਕੋਇਨ ਦੇ ਐਕਸਚੇਂਜਸ ਨੇ ਜਾਂ ਕ੍ਰਿਪਟੋ ਦੇ ਐਕਸਚੇਂਜਸ ਨੇ, ਤਾਂ ਕਿ ਉਹ ਜਾਂ ਤੇ ਉਹਨੂੰ ਇੰਟੀਗ੍ਰੇਟ ਕਰ ਲੈਣ ਜਾਂ ਇੱਕ ਨਿਊ ਐਕਸਚੇਂਜ ਬਣਾ ਲੈਣ। ਤੇ ਇੱਕ ਸਭ ਤੋਂ ਵੱਡੀ ਗੱਲ ਹੈ, ਇੱਕ ਗ੍ਰੇ ਸਕੇਲ ਕੰਪਨੀ ਹੈ। ਆਪਾਂ ਤੇ ਹੁਣ 50,000 ਬਿਟਕੋਇਨਸ ਦੀ ਗੱਲ ਕਰ ਰਹੇ ਹਾਂ, ਬਟ ਗ੍ਰੇ ਸਕੇਲ ਕੰਪਨੀ ਕੋਲ 4.5 ਲੱਖ ਬਿਟਕੋਇਨਸ ਨੇ ਇਸ ਟਾਈਮ ਤੇ। ਸਾਡੇ ਲਈ ਵੀ ਛੱਡੋ। ਤੇ ਆਪਾਂ ਇਹ ਗੱਲ ਕਰੀਏ ਤੇ ਬਹੁਤ ਜ਼ਿਆਦਾ ਜੋ ਇੱਕ ਮਤਲਬ ਹੈਵੀ ਇਨਵੈਸਟਮੈਂਟ ਹੈ ਜਾਂ ਜੋ ਹੈਵੀ ਪੈਸਾ ਜੋ ਆ ਰਿਹਾ ਹੈ ਉਹ ਬਿਟਕੋਇਨ ਵਿੱਚ ਡਾਇਵਰਟ ਹੁੰਦਾ ਜਾ ਰਿਹਾ ਹੈ, ਕਿਉਂਕਿ ਗ੍ਰੇ ਸਕੇਲ ਜੋ ਟਰਸਟ ਹੈ, ਇਨਵੈਸਟਮੈਂਟ ਕੰਪਨੀ ਹੈ, ਉਹਨੇ ਆਪਣਾ ਅਰਾਊਂਡ 4.5 ਲੱਖ ਬਿਟਕੋਇਨਸ ਉਹਨਾਂ ਨੇ ਬਾਏ ਕੀਤੇ ਨੇ ਆਪਣੇ ਰਿਜ਼ਰਵ ਲਈ, ਤਾਂ ਕਿ ਉਹ ਇਨ ਫਿਊਚਰ ਆਪਣਾ ਜੋ ਵੀ ਉਹਨਾਂ ਦਾ ਇਨਵੈਸਟਮੈਂਟ ਦਾ ਕੰਮ ਹੈ ਉਹ ਦੇਖ ਸਕਣ। ਤੇ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਇਹਨਾਂ ਮਤਲਬ ਹਾਈ ਅਮਾਉਂਟ ਉੱਥੇ ਡਾਇਵਰਟ ਕਰਨਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਤੇ ਇੱਕ ਇੰਨੀ ਵੱਡੀ ਕੰਪਨੀ ਜੋ ਬਿਲੀਅਨਸ ਆਫ ਡਾਲਰਸ ਦੇ ਪੋਰਟਫੋਲੀਓਜ਼ ਦੇਖਦੀ ਹੈ, ਉਹ ਮਤਲਬ ਬਿਲੀਅਨਸ ਆਫ ਡਾਲਰਸ ਬਿਟਕੋਇਨ ਵਿੱਚ ਇਨਵੈਸਟ ਕਰ ਰਹੇ ਨੇ। ਤੇ ਉਹ
ਉਹ ਬਿਲਕੁਲ ਸੋਚ ਸਮਝ ਕੇ ਹੀ ਇਨਵੈਸਟ ਕਰਨਗੇ। ਉਹ ਐਵੇਂ ਨਹੀਂ ਕਿ ਅੱਛਾ ਬਿਟਕੋਇਨ ਦਾ ਪ੍ਰਾਈਸ ਵਧ ਰਿਹਾ ਤੇ ਇਨਵੈਸਟ ਕਰ ਰਹੇ ਨੇ, ਬਿਕੋਜ਼ ਉਹਨਾਂ ਕੋਲ ਉਹਨਾਂ ਵੀ ਦੀ ਆਪਣੇ ਪੂਰੀ ਐਨਾਲਿਸਿਸ ਦੀ ਟੀਮ ਹੋਏਗੀ ਐਨਾਲਿਸਿਸ ਦੀ ਜਿਨ੍ਹਾਂ ਨੇ ਟੀਮ ਪੂਰਾ ਹੁੰਦੀ ਹੈ। ਐਨਾਲਾਈਜ਼ ਕੀਤਾ ਹੋਏਗਾ। ਤੇ ਉਹੀ ਉਹਨਾਂ ਦੀ ਟੀਮ ਐਨਾਲਾਈਜ਼ ਕਰਦੀ ਹੈ, ਸਭ ਕੁਝ ਉਹਨਾਂ ਨੇ ਇੱਕ ਪਲਾਨਡ ਵੇ ਨਾਲ ਕੀਤਾ ਹੋਣਾ ਹੈ। ਤੇ ਆਪਾਂ ਦੇਖ ਸਕਦੇ ਹਾਂ ਕਿ ਜੇ ਇਹ ਕੰਪਨੀਆਂ ਕਰ ਰਹੀਆਂ ਨੇ ਤੇ ਇਸ ਦਾ ਮਤਲਬ ਹੈ ਕਿ ਇੱਕ ਟਰਸਟ ਬਿਲਡ ਹੋ ਜਾਂਦਾ ਹੈ ਲੋਕਾਂ ਦੇ ਵਿੱਚ ਕਿ ਇਹ ਟਰਸਟਫੁਲ ਕੰਪਨੀ ਹੈ, ਜੇ ਇਹ ਕਰ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ ਉਹ ਠੀਕ ਹੀ ਹੋਏਗਾ। ਐਬਸੋਲੂਟਲੀ ਐਬਸੋਲੂਟਲੀ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਦਾ ਬਿਟਕੋਇਨ ਤੇ ਕੀ ਅਸਰ ਹੋ ਸਕਦਾ ਹੈ? ਮਤਲਬ ਜੇ ਮੈਂ ਸੋਚਾਂ, ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਜੇ ਵਾਲ ਸਟਰੀਟ ਤੇ ਆ ਰਿਹਾ ਤੇ ਲੋਕਾਂ ਨੂੰ, ਇਫ ਵੀ ਥਿੰਕ ਅਬਾਊਟ ਟ੍ਰੇਡਿੰਗ, ਪੀਪਲ ਥਿੰਕ ਆਫ ਵਾਲ ਸਟਰੀਟ, ਤੇ ਜੇ ਬਿਟਕੋਇਨ ਇੱਥੇ ਆ ਰਿਹਾ ਤੇ ਉਹ ਇੰਟੀਗ੍ਰੇਟ ਕਰਦੇ ਨੇ ਤੇ ਵੀ ਕੈਨ ਇਮੇਜਿਨ ਔਰ ਇਟ ਵਿਲ ਰੀਚ ਦੀ ਇੰਟਾਇਰ ਟ੍ਰੇਡਿੰਗ ਕਮਿਊਨਿਟੀ। ਇਹ ਆਲਰੇਡੀ ਸ਼ੁਰੂ ਹੋ ਵੀ ਗਿਆ ਹੈ। ਜਿਵੇਂ ਆਪਾਂ ਇੱਕ ਐਕਸਚੇਂਜ ਦੀ ਗੱਲ ਕਰੀਏ, FTX ਐਕਸਚੇਂਜ, ਉਹ ਇੱਕ ਕ੍ਰਿਪਟੋ ਕਰੰਸੀ ਐਕਸਚੇਂਜ ਹੈ ਤੇ ਕਾਫੀ ਅੱਛੇ ਉਹਦੇ ਤੇ ਟ੍ਰੇਡਿੰਗ ਵੋਲਿਊਮ ਵੀ ਹੈ। ਉਹਨਾਂ ਨੇ ਹੁਣੇ ਸਟਾਰਟ ਕੀਤਾ ਹੈ ਸਟਾਕ ਟ੍ਰੇਡਿੰਗ ਥਰੂ ਕ੍ਰਿਪਟੋ। ਮਤਲਬ ਅਸੀਂ ਕ੍ਰਿਪਟੋ ਦੇ ਥਰੂ ਆਪਾਂ ਸਟਾਕਸ ਲੈ ਸਕਦੇ ਹਾਂ, ਜੋ US ਸਟਾਕਸ ਨੇ, ਲਾਈਕ ਵੱਡੀ ਵੱਡੀ ਕੰਪਨੀਜ਼ ਨੇ, ਐਪਲ, ਗੂਗਲ ਐਂਡ ਜੋ ਵੀ ਹੋਰ ਸਾਰੀ ਕੰਪਨੀਜ਼ ਨੇ, ਉਹਨਾਂ ਸਭ ਦੇ ਸਟਾਕਸ ਆਪਾਂ ਕ੍ਰਿਪਟੋ ਦੇ ਥਰੂ ਲੈ ਸਕਦੇ ਹਾਂ। ਤੇ ਉਹਨਾਂ ਨੇ ਇਹ ਇਨੀਸ਼ੀਏਟਿਵ ਲਿਆ ਤੇ ਲੈਟਸ ਸੀ, ਆਪਾਂ ਦੇਖਦੇ ਹਾਂ ਕਿ ਹੋਰ ਕਿੰਨੇ ਜ਼ਿਆਦਾ ਲੋਕ ਇਨੀਸ਼ੀਏਟਿਵ ਲੈਂਦੇ ਨੇ ਤੇ ਇਸ ਚੀਜ਼ ਨੂੰ ਇੰਟੀਗ੍ਰੇਟ ਕਰਦੇ ਨੇ ਆਪਣੇ ਐਕਸਚੇਂਜਸ ਦੇ ਵਿੱਚ। ਤੇ ਇਹਦਾ ਫਿਊਚਰ ਬਹੁਤ ਜ਼ਿਆਦਾ ਬ੍ਰਾਈਟ ਹੈ। ਇਹ ਤੇ ਜਸਟ ਇੱਕ ਮਤਲਬ ਬੇਬੀ ਸਟੈਪਸ ਨੇ ਜੋ ਇਹ ਕੰਪਨੀਜ਼ ਲੈ ਰਹੀਆਂ ਨੇ, ਹਲੇ ਤੇ ਬਹੁਤ ਕੁਝ ਹੋਣਾ ਬਾਕੀ ਹੈ। अभी तो पिक्चर शुरू भी नहीं हुई। ओके परफेक्ट। सो आई थिंक ਜਦੋਂ ਵੀ ਬਹੁਤ ਵੱਡੀ ਨਿਊਜ਼ ਆਉਂਦੀ ਹੈ ਬਿਟਕੋਇਨ ਦੀ ਦੁਨੀਆ ਵਿੱਚ ਤੇ ਜਦੋਂ ਵੀ ਇਹ ਨਿਊਜ਼ ਆਉਂਦੀ ਹੈ ਕਿ ਬਹੁਤ ਵੱਡੀ ਕੰਪਨੀ ਨੇ ਬਿਟਕੋਇਨ ਦੇ ਵਿੱਚ ਐਂਟਰ ਕੀਤਾ ਹੈ ਜਾਂ ਕੋਈ ਇਹ ਇੰਡਸਟਰੀ ਜਿਵੇਂ ਜਾਂ ਵਾਲ ਸਟਰੀਟ ਨੇ ਆ ਕੇ ਹੁਣ ਇਹਨੂੰ ਐਕਸਪਲੋਰ ਕਰ ਰਹੇ ਨੇ, ਇਹ ਬਹੁਤ ਹੀ ਵੱਡੀ ਗੱਲਾਂ ਹੁੰਦੀਆਂ ਨੇ ਕਿਉਂਕਿ ਇਹਦੇ ਨਾਲ ਇਹ ਪਤਾ ਲੱਗਦਾ ਹੈ ਕਿ ਬਿਟਕੋਇਨ ਦਾ ਫਿਊਚਰ ਕਿੱਥੇ ਜਾ ਰਿਹਾ ਹੈ। ਤੇ ਇਟਸ ਅ ਬਿਗ ਥਿੰਗ। ਇਸ ਕਰਕੇ ਅਸੀਂ ਵੀ ਵਾਂਟ ਟੂ ਮੇਕ ਸ਼ੋਰ ਕਿ ਅਸੀਂ ਤੁਹਾਨੂੰ ਦੱਸੀਏ ਬਾਰ-ਬਾਰ ਕਿ ਜਦੋਂ ਵੀ ਕੋਈ ਨਿਊਜ਼ ਆਉਂਦੀ ਤਾਂ ਕਿ ਤੁਹਾਡਾ ਕੌਨਫੀਡੈਂਸ ਵਧੇ, ਇਹਦੇ ਨਾਲ ਤੁਹਾਨੂੰ ਪਤਾ ਲੱਗੇ ਦੁਨੀਆ ਦੀ ਜਿਹੜੀ ਸਭ ਤੋਂ ਪ੍ਰੋਗਰੈਸਿਵ ਵੱਡੀਆਂ ਕੰਪਨੀਆਂ ਨੇ ਉਹ ਕਿਵੇਂ ਸੋਚ ਰਹੀਆਂ ਨੇ, ਤਾਂ ਕਿ ਅਸੀਂ ਪਿੱਛੇ ਨਾ ਰਹਿ ਜਾਈਏ, ਰਾਈਟ? ਸੋ ਜੇ ਅਸੀਂ ਗੱਲ ਕਰਨੇ ਹੁਣ ਅੰਗਦ ਲਾਸਟਲੀ ਕਿ ਹੁਣ ਇਸ ਹਫਤੇ, ਕਿਉਂਕਿ ਅਸੀਂ ਵੀਕਲੀ ਕਰਨਾ ਚਾਹੁੰਦੇ ਹਾਂ, ਤੇ ਇਸ ਹਫਤੇ ਦੇ ਹੁਣ ਕੀ ਐਕਸਪੈਕਟੇਸ਼ਨਸ ਨੇ ਕ੍ਰਿਪਟੋ ਦੀ ਦੁਨੀਆ ਵਿੱਚ? ਇਸ ਹਫਤੇ ਕੀ ਹੋ ਰਿਹਾ ਹੈ? ਤੁਸੀਂ ਸਾਡੇ ਨਾਲ ਥੋੜਾ ਗਿਆਨ ਸ਼ੇਅਰ ਕਰ ਸਕਦੇ ਹੋ? ਇਸ ਹਫਤੇ ਕੀ ਹੋ ਰਿਹਾ ਹੈ? ਜੇ ਆਪਾਂ ਇਹ ਚੀਜ਼ ਦੇਖੀਏ, ਆਪਾਂ ਹੁਣੇ ਨਿਊਜ਼ ਦੇਖੀ ਰੀਸੈਂਟਲੀ, ਜੋ ਮਾਈਕਰੋਸਟ੍ਰੈਟਜੀ ਦੇ CEO ਨੇ, ਉਹਨਾਂ ਨੇ ਦੱਸਿਆ ਕਿ ਆਪਾਂ ਹੋਰ ਬਿਟਕੋਇਨ ਬਾਏ ਕੀਤੇ ਨੇ ਦਿਸ ਵੀਕ। ਤੇ ਹੋਰ ਜੋ ਇਨਵੈਸਟਮੈਂਟ ਕੰਪਨੀਆਂ ਨੇ ਜਿਵੇਂ ਕਿ ਬਲੈਕ ਰੌਕ, ਉਹਨਾਂ ਨੇ ਕਿਹਾ ਕਿ ਆਪਾਂ ਬਿਟਕੋਇਨ ਦੇ ਵਿੱਚ ਇਨਵੈਸਟਮੈਂਟ ਦਾ ਸੋਚ ਰਹੇ ਹਾਂ। ਅਸੀਂ ਮਤਲਬ ਸਾਰੇ ਜੋ ਵੇਜ਼ ਨੇ ਐਨਾਲਾਈਜ਼ ਕਰ ਰਹੇ ਹਾਂ। ਤੇ ਆਪਾਂ ਇਸ ਵੀਕ ਇਹ ਵੀ ਦੇਖ ਸਕਦੇ ਹਾਂ ਕਿ ਹੋ ਸਕਦਾ ਹੈ ਬਿਟਕੋਇਨ ਦਾ ਪ੍ਰਾਈਸ $20,000 ਚਲਾ ਜਾਏ। ਜ਼ਰੂਰੀ ਨਹੀਂ ਹੈ, ਜਾ ਵੀ ਸਕਦਾ ਹੈ, ਬਿਕੋਜ਼ ਆਪਾਂ ਜੇ ਥੋੜਾ ਜਿਹਾ ਟੈਕਨੀਕਲ ਪੁਆਇੰਟ ਆਫ ਵਿਊ ਤੇ ਦੇਖੀਏ, ਜੋ 2017 ਦੇ ਵਿੱਚ 2017 ਦੇ ਵਿੱਚ ਜੋ ਇਨਵੈਸਟਰਸ ਫਸੇ ਸੀਗੇ ਬਿਟਕੋਇਨ ਦੇ ਵਿੱਚ, ਜਿਨ੍ਹਾਂ ਨੇ ਹਾਈ ਪ੍ਰਾਈਸ ਤੇ ਬਾਈ ਕੀਤਾ ਸੀ, ਲਾਈਕ $19,000 $20,000, ਤੇ ਉਹਨਾਂ ਨੇ ਐਂਟਰ ਕੀਤਾ ਸੀ ਮਾਰਕੀਟ ਦੇ ਵਿੱਚ। ਬਹੁਤ ਸਾਰੇ ਲੋਕਾਂ ਨੇ ਤੇ ਲਾਸ ਤੇ ਵੇਚਤਾ, ਲੇਕਿਨ ਬਹੁਤ ਸਾਰੇ ਲੋਕ ਏਦਾਂ ਦੇ ਵੀ ਸੀ ਜਿਨ੍ਹਾਂ ਨੇ ਵੇਚਿਆ ਨਹੀਂ, ਉਹਨਾਂ ਨੇ ਹੋਲਡ ਕੀਤਾ ਹੋਇਆ ਕਿ ਹਾਂਜੀ ਜਦ ਪ੍ਰਾਈਸ ਇਹਦੇ ਤੋਂ ਉੱਤੇ ਜਾਏਗਾ ਤਾਂ ਹੀ ਅਸੀਂ ਵੇਚਾਂਗੇ। ਤੇ ਆਪਾਂ ਇਸ ਵੀਕ ਇਹ ਵੀ ਦੇਖਿਆ ਕਿ ਬਿਟਕੋਇਨ $19,000 ਤੇ ਗਿਆ, 19,500 ਵੀ ਉਹਨੇ ਕ੍ਰਾਸ ਕੀਤਾ, ਕਲੋਜ਼ ਟੂ $20,000 ਚਲਾ ਗਿਆ ਸੀ। ਬਟ ਉਹਨੇ ਫਿਰ ਇੱਕ ਥੱਲੇ ਇੱਕ ਡਾਊਨ ਟ੍ਰੈਂਡ ਲਿਆ। ਤੇ ਉਹਦਾ ਇੱਕ ਮੇਨ ਰੀਜ਼ਨ ਇਹ ਵੀ ਸੀ ਕਿ ਜਿਹੜੇ ਲੋਕੀ 2017 ਵਿੱਚ ਐਂਟਰ ਹੋਏ ਸੀ, ਉਹ ਇਸ ਟਾਈਮ ਤੇ ਉਹਨਾਂ ਨੇ ਐਗਜ਼ਿਟ ਕਰਤਾ ਮਾਰਕੀਟ ਤੋਂ। ਤੇ ਇੱਕ ਹੈਵੀ, ਜਿਵੇਂ ਆਪਾਂ ਕਹਿ ਸਕਦੇ ਹਾਂ, ਸੈਲਿੰਗ ਪ੍ਰੈਸ਼ਰ ਸੀ, ਸਪਲਾਈ ਐਂਡ ਡਿਮਾਂਡ ਵਾਲੀ ਜੋ ਗੱਲ ਹੈ। ਤੇ ਇਸ ਕਰਕੇ ਬਿਟਕੋਇਨ ਦਾ ਪ੍ਰਾਈਸ ਥੋੜਾ ਡਾਊਨ ਟ੍ਰੈਂਡ ਚਲਾ ਗਿਆ, ਲੇਕਿਨ ਫਿਰ ਉਹਨੇ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ ਤੇ ਅਗੇਨ ਉਹ $19,000 ਤੇ ਆ ਗਿਆ। ਤੇ ਜਿਵੇਂ ਹੀ ਥੋੜਾ ਸੈਲਿੰਗ ਪ੍ਰੈਸ਼ਰ ਘੱਟ ਹੋਏਗਾ ਤੇ ਆਪਣੇ ਆਪ ਹੀ ਉਹਦਾ ਪ੍ਰਾਈਸ ਉੱਤੇ ਜਾਣਾ ਸ਼ੁਰੂ ਹੋ ਜਾਏਗਾ। ਬਿਕੋਜ਼ ਜੋ ਲੋਕੀ ਤੇ ਵੇਚ ਰਹੇ ਨੇ ਇਹ ਸੋਚੇ ਕਿ ਯਾਰ ਪ੍ਰਾਈਸ ਹੋ ਸਕਦਾ ਹੈ ਹੋਰ ਥੱਲੇ ਚਲਾ ਜਾਏ, ਲੇਕਿਨ ਜੋ ਵੱਡੀ ਕੰਪਨੀਆਂ ਨੇ ਉਹ ਇਹਨੂੰ ਐਜ਼ ਅ ਓਪਰਚੁਨਿਟੀ ਚੱਕੀ ਦੇਖ ਜਾ ਰਹੀਆਂ ਰਹੇ ਨੇ। ਨੇ, ਉਹ ਚੱਕੀ ਓਵਰ ਆ ਕੇ ਲਈ ਮੱਲੀ ਜਾ ਰਹੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹੁਣੇ ਵੀ ਬਿਟਕੋਇਨ ਦਾ ਪ੍ਰਾਈਸ ਸੁਪਰ ਅੰਡਰ ਵੈਲਿਊਡ ਹੈ। ਬਿਟਕੋਇਨ ਸੁਪਰ ਅੰਡਰ ਵੈਲਿਊਡ ਹੈ। ਜੋ ਅਸੀਂ ਸੋਚਦੇ ਨਾ ਲੋਕੀ ਕਿ ਹੁਣੇ ਬਹੁਤ ਮਹਿੰਗਾ ਹੈ, ਹੁਣ ਨਹੀਂ ਲੈਣਾ, ਵੱਡੀਆਂ ਕੰਪਨੀਆਂ ਵੇਖ ਰਹੀਆਂ ਨੇ ਹੁਣੇ ਸਸਤਾ ਹੈ, ਹੁਣੇ ਚੱਕੋ ਜਿੰਨਾ ਬਿਟਕੋਇਨ ਚੱਕ ਸਕਦੇ ਆ। ਉਹ ਇਹੀ ਸਭ ਕਰ ਰਹੇ ਨੇ ਕਿ ਤੁਸੀਂ ਵੇਚਣਾ ਵੇਚੋ, ਕੋਈ ਦਿੱਕਤ ਨਹੀਂ, ਅਸੀਂ ਲੈ ਰਹੇ ਹਾਂ ਤੁਹਾਡੇ ਤੋਂ।
ਤੇ ਇਹੀ ਮਤਲਬ ਜੇ ਆਪਾਂ ਕਹੀਏ ਤੇ ਲੋਕਾਂ ਨੂੰ ਜ਼ਿਆਦਾ ਆਉਣਾ ਚਾਹੀਦਾ ਬਿਟਕੋਇਨ ਵਿੱਚ, ਤਾਂ ਕਿ ਜੋ ਵੱਡੀ ਕੰਪਨੀਜ਼ ਦੀ ਮੋਨੋਪੋਲੀ ਹੈ ਉਹ ਇੱਕ ਮੋਨੋਪੋਲੀ ਨਾ ਕ੍ਰੀਏਟ ਹੋ ਜਾਏ ਕਿ ਵੱਡੀ ਕੰਪਨੀਜ਼ ਹੀ Exactly. ਪ੍ਰਾਈਸ ਕੰਟਰੋਲ ਕਰ ਰਹੀਆਂ ਨੇ। ਇਸ ਕਰਕੇ ਲੋਕ ਆਪਣੇ ਆਪ ਨੂੰ ਐਜੂਕੇਟ ਕਰਨ, ਬਲੌਕਚੇਨ ਦੇ ਬਾਰੇ ਥੋੜੀ ਨੌਲੇਜ ਲੈਣ, ਬਿਟਕੋਇਨ ਕੀ ਹੁੰਦਾ ਹੈ ਉਹਦੀ ਨੌਲੇਜ ਲੈਣ, ਦੈਨ ਉਸ ਤੋਂ ਬਾਅਦ ਉਹ ਆਪਣਾ ਇਨਵੈਸਟਮੈਂਟ ਸ਼ੁਰੂ ਕਰ ਸਕਦੇ ਨੇ ਬਿਟਕੋਇਨ ਦੇ ਵਿੱਚ। Absolutely, absolutely. The Bitcoin ਦਾ ਪ੍ਰਾਈਸ ਹਿਸਟੋਰੀਕਲੀ ਕਵਰ ਕੀਤਾ ਹੈ ਗਾਇਜ਼, ਤੇ ਇਸ ਸਾਲ ਇਹਦਾ ਕੀ ਪ੍ਰਾਈਸ ਰਿਹਾ ਤੇ ਕਿਉਂ ਜੰਪ ਕੀਤਾ ਹੈ, ਤੇ ਜੋ ਹੁਣ ਵੱਡੀਆਂ ਕੰਪਨੀਆਂ ਆ ਰਹੀਆਂ ਨੇ ਉਹ ਕੀ ਰੋਲ ਪਲੇ ਕਰ ਰਹੀਆਂ ਨੇ ਬਿਟਕੋਇਨ ਦੇ ਪ੍ਰਾਈਸ ਦੇ ਵਿੱਚ। ਤੇ ਇਸ ਹਫਤੇ ਜਿਵੇਂ ਕਿ ਅੰਗਦ ਨੇ ਕਿਹਾ ਹੈ ਕਿ ਹੁਣ ਬਲੈਕ ਰੌਕ ਵੇਖ ਰਹੇ ਨੇ ਇਨਵੈਸਟਮੈਂਟ ਕਰਨ ਦਾ ਬਿਟਕੋਇਨ ਦੇ ਵਿੱਚ। ਹੁਣੇ ਮਾਈਕਰੋ ਸਟ੍ਰੈਟੇਜੀ ਨੇ ਫਿਰ ਤੋਂ ਦੂਜੀ ਇਨਵੈਸਟਮੈਂਟ ਕੀਤੀ ਹੈ ਆਪਣੀ ਬਹੁਤ ਵੱਡੀ, ਤੇ ਹੁਣ ਉਹਨਾਂ ਕੋਲ ਟੋਟਲ 50,000 ਬਿਟਕੋਇਨਸ ਹੋ ਗਏ ਨੇ। ਤੇ ਹੁਣ ਨਾਲੇ ਇਹ ਪਹਿਲਾ ਹਫਤਾ ਹੈ ਦਸੰਬਰ ਦਾ, ਤੇ ਫਰਸਟ ਵੀਕ ਆਫ ਦਸੰਬਰ, ਸੋ ਮੇਬੀ ਇਟ ਕੈਨ ਸਟਾਰਟ ਵਿਦ ਅ ਰੀਲੀ ਬਿਗ ਹਾਈ। ਤੇ we can maybe see ਕਿ ਇਸ ਹਫਤੇ ਸ਼ਾਇਦ ਹੋਪਫੁਲੀ ਜਿਹੜੀ ਰੈਜ਼ਿਸਟੈਂਸ ਆ ਰਹੀ ਹੈ ਲਾਸਟ ਫਿਊ ਡੇਜ਼ ਦੇ ਵਿੱਚ ਉਹ ਹੈਗੀ ਹੈ ਅਰਾਊਂਡ 20,000, ਕਿ ਹੁਣ ਹੈਗੀ, ਹੁਣ ਉਹ ਕਦੋਂ ਕ੍ਰਾਸ ਕਰੇ, ਉਹ ਕੀ ਕਦੋਂ ਕ੍ਰਾਸ ਕਰੇ। ਸੋ ਮੇਬੀ ਇਸ ਹਫਤੇ we can cross it, maybe not. We will check back next week ਤੇ ਵੇਖਦੇ ਹਾਂ ਕਿ ਇਸ ਹਫਤਾ how it went। ਤੇ ਉਦੋਂ ਤੱਕ ਅੰਗਦ, thank you for your ਗਿਆਨ, for your experience। ਤੇ guys, ਥੈਂਕ ਯੂ thank you ਫॉर so ਹੈਵਿੰਗ much ਮੀ। for thank you and so much for connecting guys। ਤੇ ਤੁਸੀਂ ਪਲੀਜ਼ ਇਹਨੂੰ ਸ਼ੇਅਰ ਕਰੋ ਵੀਡੀਓ ਨੂੰ, ਤੇ ਸਾਡੇ ਨਾਲ ਵੀਕਲੀ ਹੁਣ ਜੁੜਨਾ ਸ਼ੁਰੂ ਕਰ ਦਿਓ, ਕਿਉਂਕਿ ਹੁਣ ਬਿਟਕੋਇਨ ਨੇ ਚੜਨਾ ਸ਼ੁਰੂ ਹੋ ਜਾਣਾ ਹੈ ਐਂਡ ਯੂ ਡੋਨਟ ਵਾਂਟ ਟੂ ਬੀ ਲੈਫਟ ਬਿਹਾਈਂਡ। ਤੇ ਜੇ ਤੁਹਾਡੇ ਕੋਲ ਕੋਈ ਕੁਐਸਚਨਸ ਨੇ ਪਲੀਜ਼ ਕਮੈਂਟਸ ਦੇ ਵਿੱਚ ਪਾਓ, ਅਸੀਂ ਨੈਕਸਟ ਟਾਈਮ ਆਨਸਰ ਕਰਾਂਗੇ। ਤੇ ਉਦੋਂ ਤੱਕ ਅੰਗਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਐਂਡ एवरीवन, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ।